ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਗੁਰਮੁਖ ਜਨੋ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ ਰੋਜ਼ਾਨਾ ਆਨਲਾਈਨ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਹਰ ਮੰਗਲਵਾਰ ਬਾਵਨ ਅਖਰੀ ਗੌੜੀ ਪੂਰਬੀ ਕਬੀਰ ਜੀਓ ਕੀ ਇਹਦੀ ਲੜੀਵਾਰ ਵਿਚਾਰ ਅਸੀਂ ਕਰ ਰਹੇ ਹਾਂ। 38 ਅੰਕਾਂ ਤੱਕ ਇਸ ਬਾਣੀ ਦੀ ਵਿਚਾਰ ਅਸੀਂ ਕਰ ਚੁੱਕੇ ਹਾਂ। ਭਗਤ ਕਬੀਰ ਜੀ ਦੀ ਉਚਾਰਨ ਕੀਤੀ ਹੋਈ ਇਹ ਰਚਨਾ, ਜਿਹਦੇ ਵਿੱਚੋਂ ਬੜੀਆਂ ਹੀ ਕੀਮਤੀ ਵਿਚਾਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਹਨ ਗਿਆਨੀ ਅੰਮ੍ਰਿਤਪਾਲ ਸਿੰਘ ਜੀ, ਜੋ ਹਰ ਹਫ਼ਤੇ ਸਾਡੇ ਵਿੱਚ ਇਸ ਬਾਣੀ ਦੀ ਵਿਚਾਰ ਲਈ ਸ਼ਾਮਲ ਹੁੰਦੇ ਹਨ। ਤੋ ਅੱਜ 39ਵੀਂ ਪੌੜੀ ਤੋਂ 39ਵੇਂ ਅੰਕ ਤੋਂ ਇਸ ਦੀ ਵਿਚਾਰ ਆਰੰਭ ਹੋਏਗੀ। ਸੱਸਾ ਸੋ ਨੀਕਾ ਕਰ ਸੋਧੋ, ਖਟ ਪਰਚਾ ਕੀ ਬਾਤ ਨਿਰੋਧੋ। ਤੋ ਇਸ ਬਾਣੀ ਦੀ ਵਿਚਾਰ ਹਰ ਹਫ਼ਤੇ ਦੀ ਤਰ੍ਹਾਂ ਸਾਡੇ ਛੋਟੇ ਵੀਰ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਨ। ਮੈਂ ਬੇਨਤੀ ਕਰ ਰਿਹਾ ਹਾਂ ਵੀਰ ਅੰਮ੍ਰਿਤਪਾਲ ਸਿੰਘ ਜੀ ਨੂੰ ਕਿ ਅੱਜ ਦੀ ਇਹ ਵਿਚਾਰ ਆਰੰਭ ਕਰਨ। ਵੀਰ ਅੰਮ੍ਰਿਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सत्कारयोग सिख मिशनरी कॉलेज के चेयरमैन सरदार हरजीत सिंह जी, उन्होंने समुचे विद्वानों की टीम ਅਤੇ इस क्लास नाल जुड़ी हुई समूह साध संगत नूं बहुत ही प्यार सहित फतेह प्रवान होवे जी। वाहिगुरू जी का खालसा वाहिगुरू जी की फतेह। सत्कारयोग भगत कबीर जी के पावन मुखारविंद तो उचारण असीं 52 अखरी बाणी की विचार दे नाल सांझ पा रहे हाँ, जिहदे विच 38 बंदां तक आप जी विचार सरवण कर चुके हो, जिहदे विच असीं 38वें बंद दे विच जित्थों असीं लड़ी अज शुरू करनी है, उहदे विच इह विचार कीती सी। वावे अखर दे राहीं भगत जी ने सानू उपदेश कीता सी, वावा वाही जानीए वाह जाने ए होए। वाही मैंने उस प्रभु नूं जानीए मैंने जानना चाहिए है, उस रब नाल सांझ पानी चाहिए है। वाह जाने ए होए, उस प्रभु नूं जानिया ए होए मैंने ए जीव रब वर्गा हो जाता है। ए और ओ जब मिले जो ये जीव ते ओ प्रभु मिल जाता है, भाव जो मनुख की सोच प्रभु की सोच विच मिल जाती है, तब मिलत ना जाने कोई। फिर इन्हां मिलिया नूं कोई जान नहीं सकता, भाव समझ नहीं सकता कि हुण कौन जीव है ते कौन रब है। इन्हां दा वखरेवा मुक जाता है। अब तो जाए चढ़े सिंहासन, मिले है सारंग पानी, राम कबीरा एक हुए हैं कोई ना सके पछाने। 52 अखरी दी बाणी विच भगत कबीर जी ने इक्को ही उपदेश दृढ़ किया है कि जीव रब दा ही रूप है, इनू पछाण नहीं है। जिस दिन अपने अंदरों रब्बी गुणां नूं प्रगट कर लैंदा है, रब वर्गा हो जाता है। सारी बाणी दे विच इह जिहड़ा संखेप दा भाव है ते अनेकां तरीकिਆਂ ਦੇ ਨਾਲ समझाया है, ਤੇ ਜਿਹੜਾ मिल जाता है ਉਹਦੀ ਜ਼ਿੰਦਗੀ 'ਚ ਕਿਹੜੀਆਂ-ਕਿਹੜੀਆਂ ਤਬਦੀਲੀਆਂ ਆਉਂਦੀਆਂ ਨੇ, ਇਹਦੇ ਬਾਰੇ ਭਗਤ ਕਬੀਰ ਜੀ ਉਪਦੇਸ਼ ਕਰਦੇ ਨੇ। ਭਾਵ ਜੀਵ ਤੇ ਪ੍ਰਭੂ ਦੇ ਮਿਲਾਪ ਦੀ ਇਹ ਸਾਰੀ ਗਾਥਾ ਹੈ। ਅੱਜ ਭਗਤ ਕਬੀਰ ਜੀ ਹੁਣ ਉਸ ਤੋਂ ਅਗਲੇ ਅੱਖਰ ਦੇ ਰਾਹੀਂ ਸਾਡੇ ਤੇ ਕਿਰਪਾ ਕਰ ਰਹੇ ਹਨ। ਸੱਸਾ ਸੋ ਨੀਕਾ ਕਰ ਸੋਧੋ, घट परचा की बात निरोधो। घट परचा जो उपजै भाओ, पूर रहया तह त्रिपमन राओ। 39वां बंद ते 39वें बंद दी पहली तुक अज भगत जी साडे जीवां ते महरामत कर रहे हैं। सस्सा सो नीका कर सोधो, सस्से अखर दे राही उपदेश कर रहे हैं। सो मैंने उस मन नूं, इत्थे सो मन की गल चल रही है। नीका नीका मैंने चंगी तरह वधिया तरीके दे नाल
ਸੋਧੋ ਮੈਨੇ ਸਵਾਰ ਲਓ। ਸੱਸੇ ਅੱਖਰ ਰਾਹੀਂ ਉਪਦੇਸ਼ ਕਰ ਰਹੇ ਨੇ ਕਿ ਉਸ ਮਨ ਨੂੰ ਚੰਗੀ ਤਰ੍ਹਾਂ ਸੋਧ ਲਓ। ਸੋ ਨੀਕਾ ਕਰ ਸੋਧੋ, ਭਾਵ ਚੰਗੀ ਤਰ੍ਹਾਂ ਨੂੰ ਸਵਾਰ ਲਓ। ਕਿਉਂਕਿ ਮਨੁੱਖ ਦਾ ਮਨ ਜਿਹੜਾ ਸੰਵਰਿਆ ਹੋਇਆ ਨਹੀਂ ਹੈ, ਇਹਦੇ ਵਿੱਚ ਬੁਰੇ ਵਿਚਾਰਾਂ ਦੀ ਮਹਿਲ ਹੈ, ਪਾਪਾਂ ਵਿਕਾਰਾਂ ਦੀ ਗੰਦਗੀ ਹੈ। ਭਗਤ ਜੀ ਕਹਿ ਰਹੇ ਨੇ ਕਿ ਇਹਨਾਂ ਚੀਜ਼ਾਂ ਨੂੰ ਬਾਹਰ ਕੱਢੋ, ਇਹਨਾਂ ਬੁਰੇ ਵਿਚਾਰਾਂ ਨੂੰ ਬਾਹਰ ਕੱਢੋ, ਇਹਨਾਂ ਪਾਪਾਂ ਵਿਕਾਰਾਂ ਦੀ ਮੈਲ ਨੂੰ, ਇਸ ਗੰਦਗੀ ਨੂੰ ਬਾਹਰ ਕੱਢੋ, ਸਫਾਈ ਕਰ ਲਓ, ਪਵਿੱਤਰ ਕਰੋ, ਮਨ ਨੂੰ ਚੰਗੀ ਤਰ੍ਹਾਂ ਸਾਫ਼ ਕਰੋ, ਮਨ ਦੇ ਵਿਚਾਰ ਸ਼ੁੱਧ ਕਰੋ। ਕਿਉਂਕਿ ਜਿਹੋ ਜਿਹੇ ਵਿਚਾਰ ਹੋਣਗੇ ਉਹੋ ਜਿਹੇ ਅਸੀਂ ਹੋਵਾਂਗੇ। ਸਾਡੇ ਵਿਚਾਰ ਹੀ ਸਾਡੇ ਕਰਮ ਬਣ ਜਾਂਦੇ ਨੇ। ਇੱਕੋ ਕਰਮ ਬਾਰ-ਬਾਰ ਕੀਤਿਆਂ ਉਹ ਆਦਤ ਬਣ ਜਾਂਦੀ ਹੈ। ਆਦਤ ਫਿਰ ਸਾਡਾ ਸੁਭਾਅ ਹੋ ਜਾਂਦਾ ਵੈ, ਤੇ ਜੋ ਸਾਡਾ ਸੁਭਾਅ ਹੁੰਦਾ ਉਹ ਅਸੀਂ ਹੁੰਨੇ ਆ। ਇਹਨੂੰ ਇੱਕ ਤੁਕ ਚ ਕਹਿਣਾ ਹੋਵੇ, ਜੋ ਅਸੀਂ ਸੋਚਦੇ ਹਾਂ ਉਹ ਅਸੀਂ ਹੁੰਦੇ ਹਾਂ। ਇਸ ਕਰਕੇ ਮਨ ਚ ਬੁਰੇ ਵਿਚਾਰ ਜਿਹੜੀ ਸਾਡੀ ਜ਼ਿੰਦਗੀ ਨੂੰ ਬੁਰਾ ਬਣਾ ਰਹੇ ਨੇ, ਜਿਹਨੂੰ ਅਸੀਂ ਪ੍ਰੈਕਟੀਕਲ ਕਰ ਬੈਠੇ ਹਾਂ, ਉਹਦੀ ਥਾਂ ਤੇ ਇਹਨਾਂ ਬੁਰੇ ਵਿਚਾਰਾਂ ਦੀ ਸਫਾਈ ਕਰ ਦਿਓ। ਜਿਵੇਂ ਸਿੱਖ ਸਵੇਰੇ ਸ਼ਾਮ ਕੰਘਾ ਫੇਰਦੇ ਨੇ ਕੇਸਾਂ ਦੇ ਵਿੱਚ, ਉਹ ਕੀ ਕਰਦਾ ਹੈ? ਜਿਹੜੇ ਮਰੇ ਹੋਏ ਕੇਸ ਨੇ ਉਹਨਾਂ ਨੂੰ ਬਾਹਰ ਕੱਢ ਦਿੰਦਾ ਹੈ, ਜਿਉਂਦੇ ਕੇਸਾਂ ਨੂੰ ਆਪਣੇ ਸਿਰ 'ਚ ਸਾਂਭ ਕੇ ਰੱਖਦਾ ਹੈ, ਸਾਫ਼ ਸੁਥਰਾ ਕਰਕੇ ਰੱਖਦਾ ਹੈ। ਇਸੇ ਤਰ੍ਹਾਂ ਸਿੱਖ ਗੁਰਬਾਣੀ ਦਾ ਕੰਘਾ ਫੇਰੇ, ਸਿਰ ਵਿੱਚ ਹੀ ਹੁੰਦੀ ਹੈ ਮੱਤ, ਸਿਰ ਵਿੱਚ ਹੀ ਹੁੰਦੇ ਦਿਮਾਗ, ਦਿਮਾਗ ਦੀ ਉਪਜ ਹੈ ਮੱਤ, ਦਿਮਾਗ ਦੀ ਐਕਟੀਵਿਟੀ ਹੈ ਮਨ। ਹੁਣ ਸਵੇਰੇ ਸ਼ਾਮ ਸਾਰੀ ਜ਼ਿੰਦਗੀ, ਸਾਰਾ ਦਿਨ, ਹਰ ਪਲ ਗੁਰਬਾਣੀ ਦਾ ਕੰਘਾ ਫੇਰਦਾ ਰਹੇ। ਜਿਹੜੇ ਵਿਚਾਰ ਜਿਉਂਦੇ ਰੱਬ ਨਾਲ ਜੋੜਨ ਵਾਲੇ ਨੇ, ਜਿਉਂਦੇ ਵਿਚਾਰ ਨੇ, ਉਹਨਾਂ ਨੂੰ ਸਾਂਭ ਲਵੇ। ਜਿਹੜੇ ਮੁਰਦਾ ਵਿਚਾਰ ਨੇ, ਆਤਮਕ ਮੌਤ ਦੇਣ ਵਾਲੇ ਵਿਚਾਰ ਨੇ, ਉਹਨਾਂ ਨੂੰ ਬਾਹਰ ਕੱਢੀ ਜਾਏ। ਇਹ ਤਰੀਕਾ ਹੈ ਆਪਣੇ ਮਨ ਨੂੰ ਸਾਫ਼ ਕਰਨ ਦਾ। ਗੁਰਬਾਣੀ ਦਾ ਕੰਘਾ ਫੇਰ ਕੇ ਆਪਣੀ ਸੋਚ ਵਿੱਚੋਂ ਬੁਰੇ ਵਿਚਾਰਾਂ ਨੂੰ, ਮੁਰਦਾ ਵਿਚਾਰਾਂ ਨੂੰ ਬਾਹਰ ਕੱਢ ਦੇਣਾ, ਜਿਹੜੇ ਸਾਡੀ ਜ਼ਮੀਰ ਨੂੰ ਮਾਰ ਦਿੰਦੇ ਨੇ, ਜਿਹੜੇ ਸਾਡੀ ਆਤਮਾ ਨੂੰ, ਇਨਸਾਨੀਅਤ ਨੂੰ ਮਾਰ ਦਿੰਦੇ ਨੇ, ਜਿਹੜੇ ਵਿਚਾਰ ਸਾਡੀ ਜ਼ਮੀਰ ਨੂੰ ਜਿੰਦਾ ਰੱਖਦੇ ਨੇ, ਉਹਨਾਂ ਵਿਚਾਰਾਂ ਨੂੰ ਸਾਂਭ ਕੇ ਰੱਖੋ। ਇਸ ਮਨ ਨੂੰ ਚੰਗੀ ਤਰ੍ਹਾਂ ਸੋਧ ਲਓ, ਇਸ ਮਨ ਨੂੰ ਸਵਾਰ ਲਓ, ਇਹਦੇ ਵਿੱਚੋਂ ਵਿਕਾਰਾਂ ਦੀ ਗੰਦਗੀ ਨੂੰ ਬਾਹਰ ਕੱਢ ਦਿਓ, ਇਹਨੂੰ ਪਵਿੱਤਰ ਸੁੱਚਾ ਕਰ ਲਓ। ਘਟ ਪਰਚਾ ਕੀ ਬਾਤ ਨਿਰੋਧੋ। ਘਟ ਪਰਚਾ, ਪਰਚਾ ਮੈਨੇ ਪਰਚ ਜਾਣਾ, ਸਾਂਝ ਬਣ ਜਾਣੀ। ਘਟ ਮੈਨੇ ਹਿਰਦੇ ਵਿੱਚ, ਘਟ ਪਰਚਾ ਕੀ ਬਾਤ ਮੈਨੇ ਜੋ ਹਿਰਦੇ ਵਿੱਚ ਸਾਂਝ ਬਣ ਜਾਏ, ਉਹ ਵਾਲੀ ਗੱਲ। ਬਾਤ ਮੈਨੇ ਗੱਲ, ਉਹ ਵਾਲੀ ਗੱਲ। ਨਿਰੋਧੋ, ਨਿਰੋਧੋ ਮੈਨੇ ਰੋਕ ਲਓ, ਟਿਕਾ ਲਓ। ਇਸ ਮਨ ਨੂੰ ਉਸ ਪ੍ਰਭੂ ਵਿੱਚ ਟਿਕਾ ਲਓ, ਹਿਰਦੇ ਵਿੱਚ, ਜਿਹਦੇ ਨਾਲ ਸਾਂਝ ਬਣ ਜਾਏ, ਘਟ ਵਿੱਚ ਹੀ ਪਰਚ ਜਾਏ, ਉਸ ਗੱਲ ਦੇ ਨਾਲ ਜੋੜ ਲਓ ਇਹਨੂੰ। ਭਾਵ ਮਨ ਨੂੰ ਉਹਨਾਂ ਬਚਨਾਂ ਨਾਲ ਜੋੜੋ, ਉਸ ਬਾਤ ਨਾਲ ਜੋੜੋ, ਜਿਹੜੇ ਬਚਨ ਸਾਡੇ ਰੱਬ ਨਾਲ ਸਾਂਝ ਪਵਾ ਦੇਣ, ਸਾਨੂੰ ਰੱਬ ਨਾਲ ਜੋੜ ਦੇਣ। ਉਹਨਾਂ ਵਿਚਾਰਾਂ ਨੂੰ, ਉਹਨਾਂ ਬਚਨਾਂ ਨੂੰ ਆਪਣੇ ਜੀਵਨ ਵਿੱਚ ਜੋੜ ਲਓ, ਆਪਣੇ ਮਨ ਨਾਲ ਜੋੜ ਲਓ, ਮਨ ਨੂੰ ਸਵਾਰ ਲਓ, ਮਨ ਨੂੰ ਵਿਕਾਰਾਂ ਤੋਂ ਦੌੜਨ ਤੋਂ ਰੋਕ ਲਓ। ਤੇ ਜਿਹੜੇ ਬਚਨ ਸਾਨੂੰ ਅੰਤਰ ਆਤਮੇ ਰੱਬ ਨਾਲ ਸਾਂਝ ਪਵਾ ਦੇਣ, ਮਿਲਾ ਦੇਣ, ਉਹਨਾਂ ਬਚਨਾਂ ਨੂੰ ਆਪਣੇ ਮਨ ਵਿੱਚ ਟਿਕਾ ਲਓ। ਘਟ ਪਰਚੈ ਜੋ ਉਪਜੈ ਭਾਉ। ਘਟ ਮੈਨੇ ਹਿਰਦਾ, ਪਰਚੈ ਮੈਨੇ ਪਰਚ ਜਾਏ, ਪਿਆਰ ਬਣ ਜਾਏ। ਜੋ ਮੈਨੇ ਜਦੋਂ, ਭਾਉ, ਭਾਉ ਮੈਨੇ ਪਿਆਰ, ਉਪਜੈ ਮੈਨੇ ਜਦੋਂ ਉਪਜ ਜਾਏ, ਜਦੋਂ ਸਾਡੇ ਦਿਲ ਦੀ ਸਾਂਝ ਪ੍ਰਭੂ ਨਾਲ ਬਣ ਜਾਏ। ਘਟ ਪਰਚੈ, ਹਿਰਦਾ ਪਰਚ ਜਾਏ, ਜੋ ਉਪਜੈ ਭਾਉ, ਜਦੋਂ ਪਿਆਰ ਪੈਦਾ ਹੋ ਜਾਏ, ਰੱਬੀ ਪਿਆਰ ਬਣ ਜਾਏ। ਜਦੋਂ ਰੱਬ ਨਾਲ ਪਿਆਰ ਪੈਦਾ ਹੋ ਜਾਏ, ਰੱਬ ਦੇ ਗੁਣਾਂ ਨਾਲ ਪਿਆਰ ਪੈਦਾ ਹੋ ਜਾਏ, ਰੱਬੀ ਗੁਣਾਂ ਨਾਲ ਸਾਂਝ ਬਣ ਜਾਏ, ਜਦੋਂ ਰੱਬੀ ਗੁਣਾਂ ਨੂੰ ਜੀਵਨ ਵਿੱਚ ਅਮਲ ਵਿੱਚ ਲੈ ਆਂਦਾ ਜਾਏ, ਜਦੋਂ ਰੱਬੀ ਗੁਣਾਂ ਨਾਲ ਦਿਲੀ ਪਿਆਰ ਕਰ ਲਿਆ ਜਾਏ, ਜਦੋਂ ਰੱਬੀ ਗੁਣਾਂ ਨੂੰ ਆਪਣੇ ਲਾਈਫ ਦੇ ਵਿੱਚ ਇੰਪਲੀਮੈਂਟ ਕਰ ਦਿੱਤਾ ਜਾਏ। ਘਟ ਪਰਚੈ ਜੋ ਉਪਜੈ ਭਾਉ, ਜਦੋਂ ਪ੍ਰਭੂ ਨਾਲ ਸਾਂਝ ਬਣ ਜਾਏ, ਪ੍ਰੇਮ ਪੈਦਾ ਹੋ ਜਾਏ ਪ੍ਰਭੂ ਦੇ ਪ੍ਰਤੀ, ਪ੍ਰਭੂ ਦੇ ਗੁਣਾਂ ਦੇ ਪ੍ਰਤੀ, ਉਦੋਂ ਫਿਰ ਕੀ ਹੋਏਗਾ? ਪੂਰ ਰਹਿਆ ਤਹਿ ਤ੍ਰਿਭਵਨ ਰਾਓ। ਪੂਰ ਰਿਹਾ ਮੈਨੇ ਪੂਰਿਆ ਰਹੇਗਾ, ਹਰ ਥਾਂ ਪੂਰ ਰਿਹਾ ਪ੍ਰਭੂ ਨਜ਼ਰ ਆਏਗਾ। ਤਹਿ, ਤਹਿ ਮੈਨੇ ਉਸ ਅਵਸਥਾ ਦੇ ਵਿੱਚ, ਉਸ ਅਵਸਥਾ ਦੇ ਵਿੱਚ ਪੂਰ ਰਹਿਆ,
ਕੌਣ ਪੂਰ ਰਿਹਾ, ਕੌਣ ਵਿਆਪਕ ਹੈ? ਤ੍ਰਿਭਵਨ ਰਾਓ, ਤਿੰਨਾਂ ਭਵਨਾਂ ਦਾ ਮਾਲਕ। ਫਿਰ ਉਹ ਹਰ ਥਾਂ ਪੂਰਿਆ ਹੋਇਆ ਨਜ਼ਰ ਆਉਂਦਾ ਹੈ, ਸਾਰੀਆਂ ਥਾਵਾਂ ਤੇ ਵਿਆਪਕ ਦਿਸਣ ਲੱਗ ਜਾਂਦਾ ਹੈ। ਤੈਂ ਮੈਨੇ ਉਸ ਅਵਸਥਾ ਵਿੱਚ, ਉਸ ਕੰਡੀਸ਼ਨ ਦੇ ਵਿੱਚ, ਉਸ ਅਵਸਥਾ ਵਿੱਚ ਜਦੋਂ ਮਨ ਵਿਕਾਰਾਂ ਦੀ ਮੈਲ ਵੱਲੋਂ ਸਾਫ਼ ਹੋ ਜਾਏ, ਜਦੋਂ ਮਨ ਦੀ ਦੌੜ ਖਤਮ ਹੋ ਜਾਏ, ਜਦੋਂ ਰੱਬੀ ਗੁਣਾਂ ਨਾਲ ਪਿਆਰ ਪੈਦਾ ਹੋ ਜਾਏ, ਜਦੋਂ ਹਰ ਥਾਂ ਤੇ ਪ੍ਰਭੂ ਦੇ ਪਿਆਰ ਦੀ ਸਾਂਝ ਇੰਪਲੀਮੈਂਟ ਹੋ ਜਾਏ, ਉਦੋਂ ਫਿਰ ਹਰ ਥਾਂ ਤੇ ਰੱਬ ਹੀ ਦਿਸਦਾ ਹੈ। ਗੁਣਾਂ ਨਾਲ ਜੁੜਿਆ ਹੋਇਆ ਮਨ, ਜਿਹਦੀ ਅੰਤਰ ਆਤਮੇ ਗੁਣਾਂ ਨਾਲ ਸਾਂਝ ਬਣ ਗਈ, ਉਹਨੂੰ ਫਿਰ ਰੱਬ ਹੀ ਨਜ਼ਰ ਆਉਂਦਾ ਹੈ। ਤੈਂ ਉਸ ਅਵਸਥਾ ਦੇ ਵਿੱਚ ਪੂਰ ਰਹਿਆ, ਤੈਂ ਤ੍ਰਿਭਵਨ ਰਾਓ। ਉਸ ਅਵਸਥਾ ਵਿੱਚ ਪ੍ਰਭੂ ਹਰ ਥਾਂ ਤੇ ਰਵਿਆ ਹੋਇਆ, ਤਿੰਨਾਂ ਭਵਨਾਂ ਦਾ ਮਾਲਕ ਹਰ ਥਾਂ ਤੇ ਰਵਿਆ ਨਜ਼ਰ ਆਉਂਦਾ ਹੈ। ਫਿਰ ਅੱਖਾਂ ਉਸੇ ਨੂੰ ਹੀ ਦੇਖਦੀਆਂ ਨੇ। ਦੋਏ ਦੋਏ ਲੋਚਨ ਪੇਖਾਂ, ਹੋ ਹਰ ਬਿਨ ਔਰ ਨਾ ਦੇਖਾਂ। ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ। ਦੂਜੀ ਗੱਲ ਹੀ ਕੋਈ ਨਹੀਂ ਬਚੀ, ਇੱਕ ਹੀ ਤੇ ਹੈ ਉਹ। ਜਿੱਧਰ ਦੇਖਦਾ ਇੱਕ ਹੀ ਤੇ ਹੈ, ਜੋ ਦਿਸੈ ਸੋ ਤੇਰਾ ਰੂਪ। ਜੋ ਦਿਸ ਰਿਹਾ ਹੈ, ਜੋ ਨਜ਼ਰ ਆ ਰਿਹਾ, ਉਹ ਤੇਰਾ ਹੀ ਰੂਪ ਹੈ। ਦੇਖੋ ਕਿੰਨੀ ਵੱਡੀ ਸਮੱਸਿਆ ਸੀ ਤੇ ਕਿੰਨਾ ਸੌਖਾ ਇਹਦਾ ਹੱਲ ਲੱਭ ਗਿਆ। ਏਡੀ ਵੱਡੀ ਪ੍ਰੋਬਲਮ ਦਾ ਕਿੰਨਾ ਸੌਖਾ ਸੋਲੂਸ਼ਨ ਦੇ ਦਿੱਤਾ। ਜੇ ਕਿਸੇ ਨੂੰ ਚਾਰੋਂ ਤਰਫ ਰਵਿਆ ਹੋਇਆ ਰੱਬ ਨਹੀਂ ਨਜ਼ਰ ਆ ਰਿਹਾ, ਇਹਦਾ ਮਤਲਬ ਮਨ ਸਾਡਾ ਅਜੇ ਮੈਲਾ ਹੈ, ਸਵਰਿਆ ਨਹੀਂ ਹੈ। ਮਨ 'ਚ ਬੁਰੇ ਵਿਚਾਰ ਨੇ, ਨੇਰ ਤੇਰ ਦੇ ਵਿਚਾਰ ਨੇ, ਵਿਤਕਰੇ ਵਾਲੇ ਵਿਚਾਰ ਨੇ, ਊਚ ਨੀਚ ਦੇ ਵਿਚਾਰ ਨੇ, ਆਪਣੇ ਬਿਗਾਨੇ ਦੇ ਵਿਚਾਰ ਨੇ। ਜੇ ਅਜੇ ਰੱਬ ਸਾਨੂੰ ਨਜ਼ਰ ਨਹੀਂ ਆ ਰਿਹਾ, ਤੇ ਇਹਦਾ ਸਿੱਧਾ ਜਿਹਾ ਮਤਲਬ ਹੈਗਾ ਵੀ ਕਿਤੇ ਨਾ ਕਿਤੇ ਸਾਡੀ ਰੱਬ ਦੇ ਗੁਣਾਂ ਨਾਲ ਸਾਂਝ ਨਹੀਂ ਬਣੀ, ਸਾਡੇ ਅੰਦਰ ਨੈਗੇਟਿਵਿਟੀ ਹੈ, ਵਿਕਾਰ ਹੈ। ਪਰ ਜਦੋਂ ਮਨੁੱਖ ਪ੍ਰੇਮ ਦੇ ਨਾਲ ਦਿਲੀ ਤੌਰ ਤੇ ਉਹਨਾਂ ਗੁਣਾਂ ਦੇ ਨਾਲ ਸਾਂਝ ਪਾ ਲੈਂਦਾ ਹੈ, ਫਿਰ ਉਹਨੂੰ ਚਾਰ ਚੁਫੇਰੇ ਰੱਬ ਹੀ ਨਜ਼ਰ ਆਉਂਦਾ ਹੈ। ਉਦਾਹਰਨ ਦੇ ਤੌਰ ਤੇ ਜਿਹੜਾ ਆਦਮੀ ਅਪਰਾਧੀ ਵੀ ਹੋਏਗਾ, ਪਾਪੀ ਵੀ ਹੋਏਗਾ, ਜਦੋਂ ਹਰ ਥਾਂ ਤੇ ਜੀਵ ਨੂੰ ਰੱਬ ਨਜ਼ਰ ਆਏਗਾ, ਉਹਨੂੰ ਉਸ ਅਪਰਾਧੀ ਪਾਪੀ ਦੇ ਵਿੱਚੋਂ ਵੀ ਸੰਭਾਵਨਾ ਨਜ਼ਰ ਆਏਗੀ ਕਿ ਇਹਦੇ ਅੰਦਰ ਵੀ ਰੱਬ ਹੈ, ਇਹ ਰੱਬ ਵਰਗਾ ਹੋ ਸਕਦਾ ਹੈ। ਕੋਈ ਗੁਨਾਹਗਾਰ ਵੀ ਹੋਏਗਾ, ਕੋਈ ਵਿਕਾਰੀ ਵੀ ਹੋਏਗਾ, ਫਿਰ ਉਸ ਮਨੁੱਖ ਦੇ ਅੰਦਰੋਂ ਵੀ ਇਹ ਪੋਸੀਬਿਲਿਟੀ ਨਜ਼ਰ ਆਏਗੀ ਕਿ ਇਸ ਬੰਦੇ ਦੇ ਅੰਦਰ ਵੀ ਇਹ ਗੁਣ ਹਨ, ਇਹ ਬੰਦਾ ਵੀ ਰੱਬ ਹੋ ਸਕਦਾ ਹੈ। ਸੰਭਾਵਨਾ ਹੈ, ਕਿਉਂਕਿ ਹਰ ਇੱਕ ਦੇ ਵਿੱਚ ਰੱਬ ਹੈ। ਔਰ ਗੁਰੂ ਨਾਨਕ ਪਾਤਸ਼ਾਹ ਜੀ ਸੰਭਾਵਨਾ ਦੇਖ ਰਹੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਉਸ ਸੱਜਣ ਠੱਗ ਦੇ ਵਿੱਚ ਸੰਭਾਵਨਾ ਦੇਖ ਰਹੇ ਨੇ। ਲੋਕ ਆਖਦੇ ਨੇ, ਹੇ ਬਾਬਾ ਨਾਨਕ ਜੀ ਉਸ ਪਾਸੇ ਨਾ ਜਾਇਓ, ਉੱਥੇ ਜਿਹੜਾ ਆਦਮੀ ਰਹਿੰਦਾ ਬੜਾ ਵੱਡਾ ਠੱਗ ਹੈ, ਉੱਥੇ ਬੜਾ ਵੱਡਾ ਲੁਟੇਰਾ, ਲੁੱਟ ਲੈਂਦਾ ਲੋਕਾਂ ਨੂੰ। ਤੇ ਸਿਰਫ ਲੁੱਟਦਾ ਨਹੀਂ ਹੈ, ਉਹ ਕਤਲ ਕਰਕੇ ਮਾਰ ਕੇ ਖੂਹ 'ਚ ਸੁੱਟ ਦਿੰਦਾ ਹੈ। ਇਦਾਂ ਦੇ ਉਹਨੇ ਕੱਪੜੇ ਪਾਏ ਹੋਏ ਨੇ, ਇਦਾਂ ਦਾ ਉਹਦਾ ਵਿਹਾਰ ਹੈ, ਇਦਾਂ ਦਾ ਉਹਦਾ ਜੀਵਨ ਦੀ ਸ਼ੈਲੀ ਹੈ, ਉਹ ਲੋਕਾਂ ਨੂੰ ਮਾਰ ਦਿੰਦਾ ਹੈ। ਉਧਰ ਨਾ ਜਾਇਓ ਕਿ ਉਹ ਕਦੀ ਸੁਧਰ ਨਹੀਂ ਸਕਦਾ। ਇਹ ਮਨ ਵਿੱਚੋਂ ਕੱਢ ਦਿਓ ਕਿ ਉਹ ਸੁਧਰ ਜਾਏਗਾ। ਉਹ ਅੱਜ ਦਾ ਨਹੀਂ, ਪਤਾ ਨਹੀਂ ਕਿੰਨੇ ਸਾਲਾਂ ਦਾ ਠੱਗ ਹੈ, ਲੁਟੇਰਾ ਹੈ, ਕਾਤਲ ਹੈ, ਬੜਾ ਜ਼ਾਲਮ ਹੈ, ਉਹ ਕਿਸੇ ਨੂੰ ਬਖਸ਼ਦਾ ਨਹੀਂ ਹੈ। ਇਸ ਕਰਕੇ ਉਧਰ ਨਾ ਜਾਇਓ, ਉਹਦਾ ਸੁਧਾਰ ਨਹੀਂ ਹੋ ਸਕਦਾ, ਉਹ ਨਹੀਂ ਸੁਧਰ ਸਕਦਾ। ਪਰ ਗੁਰੂ ਨਾਨਕ ਪਾਤਸ਼ਾਹ ਉਹਦੇ ਵਿੱਚ ਸੰਭਾਵਨਾ ਦੇਖ ਰਹੇ ਨੇ ਨਾ, ਕਿ ਉਹ ਵੀ ਰੱਬ ਵਰਗਾ ਹੋ ਸਕਦਾ ਹੈ। ਪਰ ਗੁਰੂ ਨਾਨਕ ਪਾਤਸ਼ਾਹ ਜੀ ਗਏ, ਜਾ ਕੇ ਉਹਨਾਂ ਨੇ ਉਪਦੇਸ਼ ਕੀਤਾ, ਔਰ ਸੱਚਮੁੱਚ ਉਸ ਸੱਜਣ ਦੇ ਅੰਦਰੋਂ ਰੱਬ ਪ੍ਰਗਟ ਹੋ ਗਿਆ। ਉਹ ਸੱਜਣ ਰੱਬ ਵਰਗਾ ਹੋ ਗਿਆ। ਇਹਦਾ ਮਤਲਬ ਬੁਰਿਆਂ ਵਿੱਚ ਵੀ ਰੱਬ ਪ੍ਰਗਟ ਹੋ ਸਕਦਾ ਹੈ। ਹੁਣ ਸੱਜਣ ਬੁਰਾ ਸੀ ਨਾ, ਉਹਦੇ ਅੰਦਰ ਰੱਬ ਪ੍ਰਗਟ ਹੋਇਆ। ਗੁਰੂ ਨਾਨਕ ਪਾਤਸ਼ਾਹ ਨੇ ਸੰਭਾਵਨਾ ਦੇਖੀ, ਰੱਬ ਵਰਗਾ ਹੋ ਸਕਦਾ ਹੈ। ਲੋਕ ਆਖਦੇ ਨੇ ਇਸ ਜੰਗਲ ਵਾਲੇ ਪਾਸੇ ਨਾ ਜਾਇਓ, ਕੌਡਾ ਭੀਲ ਰਹਿੰਦਾ ਹੈ, ਉੱਥੇ ਲੋਕਾਂ ਨੂੰ ਮਾਰ ਕੇ ਤਲ ਕੇ ਖਾ ਜਾਂਦਾ, ਦੁਸ਼ਮਣੀ ਉਹਦੀ ਮੈਦਾਨੀ ਇਲਾਕੇ ਦੇ ਲੋਕਾਂ ਨਾਲ। ਪਰ ਗੁਰੂ ਨਾਨਕ ਪਾਤਸ਼ਾਹ ਜੀ ਸੰਭਾਵਨਾ ਦੇਖ ਰਹੇ ਨੇ ਕਿ ਇਸ ਧਰਤੀ ਤੇ ਹਰ ਮਨੁੱਖ ਦੇ ਅੰਦਰ ਸੰਭਾਵਨਾ ਹੈ, ਚਾਹੇ ਉਹ ਕਿੰਨਾ ਹੀ ਬੁਰਾ ਕਿਉਂ ਨਾ ਹੋਵੇ, ਚੋਰ, ਡਾਕੂ, ਕਾਤਲ ਕਿਉਂ ਨਾ ਹੋਵੇ, ਸਮਾਜ ਦਾ ਬੜਾ ਵੱਡਾ ਦੁਸ਼ਮਣ ਕਿਉਂ ਨਾ ਹੋਵੇ, ਉਹ ਰੱਬ ਹੋ ਸਕਦਾ ਹੈ। ਸੰਭਾਵਨਾ ਹੈ ਉਹਦੇ ਵਿੱਚ। ਗੁਰੂ ਨਾਨਕ ਪਾਤਸ਼ਾਹ ਗਏ ਕੌਡੇ ਭੀਲ ਕੋਲ, ਉਹਦੇ ਅੰਦਰ ਰੱਬ ਵਾਲੇ ਗੁਣ ਪ੍ਰਗਟ ਕੀਤੇ। ਮੇਰੇ ਵਿੱਚ ਵੀ ਪ੍ਰਭੂ ਹੈ, ਤੁਹਾਡੇ ਵਿੱਚ ਵੀ ਹੈ, ਸੰਸਾਰ ਦੇ ਹਰ ਮਨੁੱਖ ਮਾਤਰ ਦੇ ਵਿੱਚ ਰੱਬ ਹੈ, ਔਰ ਹਰ ਇੱਕ ਦੇ ਅੰਦਰ ਸੰਭਾਵਨਾ ਹੈ ਉਹ ਰੱਬ ਵਰਗਾ ਹੋ ਸਕਦਾ ਹੈ। ਉਹਦੇ ਅੰਦਰ ਰੱਬ ਵਾਲੇ ਗੁਣ ਪ੍ਰਗਟ ਹੋ ਸਕਦੇ ਨੇ। ਅਸੀਂ ਸਾਰੇ ਪੋਜ਼ਿਟਿਵ ਹੋ ਸਕਦੇ ਹਾਂ, ਸਕਾਰਾਤਮਕ ਸੋਚ ਰੱਖ ਸਕਦੇ ਹਾਂ,
ਸਾਰੀ ਦੁਨੀਆ ਇਸ ਤਰੀਕੇ ਨਾਲ ਜ਼ਿੰਦਗੀ ਜੀ ਸਕਦੀ ਸੰਭਾਵਨਾ ਹੈ ਕਿ ਹਰ ਕੋਈ ਮਨੁੱਖ ਆਪਣੇ ਅੰਦਰੋਂ ਰੱਬ ਨੂੰ ਪ੍ਰਗਟ ਕਰ ਲਵੇ, ਕਿਉਂਕਿ ਪ੍ਰਭੂ ਹਰ ਇੱਕ ਦੇ ਵਿੱਚ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਿਉ ਪੁਕਾਰ। ਪਰ ਜਿਸ ਅਵਸਥਾ ਵਿੱਚੋਂ ਦਿਸੇਗਾ ਉਹ ਅਵਸਥਾ ਭਗਤ ਕਬੀਰ ਜੀ ਸਮਝਾ ਰਹੇ ਨੇ। ਉਹ ਅਵਸਥਾ ਬੜੀ ਸੌਖੀ ਜੀ ਸਮਝਾ ਰਹੇ ਨੇ ਵੀ ਸਿੰਪਲ ਜੀ ਅਵਸਥਾ ਹੈਗੀ ਹੈ। ਕੀ ਹੈਗੀ ਹੈ? ਕਿ ਆਪਣੇ ਮਨ ਨੂੰ ਸੋਧ ਲਓ, ਸਵਾਰ ਲਓ, ਬੁਰੇ ਵਿਚਾਰਾਂ ਨੂੰ ਕੱਢ ਕੇ ਚੰਗੇ ਵਿਚਾਰ ਲੈ ਆਓ, ਰੱਬ ਦੇ ਗੁਣਾਂ ਨਾਲ ਪਿਆਰ ਪਾ ਲਓ। ਜਦੋਂ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਚੋਂ ਪ੍ਰਗਟ ਕਰੋਗੇ, ਫਿਰ ਹਰ ਥਾਂ ਤੇ ਰੱਬ ਹੀ ਨਜ਼ਰ ਆਏਗਾ, ਉਹ ਰੱਬ ਹੀ ਪ੍ਰਗਟ ਹੋ ਜਾਏਗਾ। ਉਹ ਤੋਂ ਬਿਨਾਂ ਕੌਣ ਹੋਏਗਾ? ਕੋਈ ਇਸ ਤਰ੍ਹਾਂ ਕਰੇਗਾ ਤੇ ਹੋ ਸਕਦਾ ਹੈ ਸੱਸਾ ਸੋ ਨਿਕਾ ਕਰ ਸੋਧੋ, ਘਟ ਪਰਚਾ ਕੀ ਬਾਤ ਨਿਰੋਧੋ, ਘਟ ਪਰਚੈ ਜੋ ਉਪਜੈ ਭਾਓ, ਊ ਰਹਿਆ ਤੈ ਤ੍ਰਿਭੁਵਨ ਰਾਓ। ਉਸ ਅਵਸਥਾ ਵਿੱਚ ਰੱਬ ਹਰ ਇੱਕ ਦੇ ਵਿੱਚੋਂ ਨਜ਼ਰ ਆਏਗਾ। ਲੋੜ ਹੈ ਆਪਣੇ ਅੰਦਰੋਂ ਰੱਬ ਦੇ ਗੁਣਾਂ ਨੂੰ ਪ੍ਰਗਟ ਕਰਨ ਦੀ, ਉਹਨਾਂ ਗੁਣਾਂ ਨੂੰ ਵਰਤਣ ਦੀ। ਖੱਖਾ ਖੋਜ ਪਰੈ ਜੋ ਕੋਈ, ਖੋਜ ਪਰੇ ਮੈਨੇ ਲੱਭ ਲਵੇ, ਭਾਲ ਕਰਨ ਚ ਰੁੱਝ ਜਾਏ, ਖੋਜਣ ਲੱਗ ਜਾਏ। ਜੋ ਮੈਨੇ ਜੇਕਰ, ਕੋਈ ਮੈਨੇ ਕੋਈ ਮਨੁੱਖ, ਜੇ ਕੋਈ ਮਨੁੱਖ, ਕੋਈ ਵੀ ਇਨਸਾਨ, ਕੋਈ ਵੀ ਮਨੁੱਖ ਚੋਰ ਹੈ, ਸਾਧ ਹੈ, ਹਿੰਦੂ ਹੈ, ਮੁਸਲਿਮ ਹੈ, ਸਿੱਖ ਹੈ, ਈਸਾਈ ਹੈ, ਬੱਚਾ ਹੈ, ਬਜ਼ੁਰਗ ਹੈ, ਕੋਈ ਵੀ ਇਨਸਾਨ ਜੇ ਲੱਭਣ ਦੀ ਕੋਸ਼ਿਸ਼ ਕਰੇ, ਖੋਜਣ ਲੱਗ ਜਾਏ। ਖੱਖਾ ਖੋਜ ਪਰੈ ਜੋ ਕੋਈ, ਖੋਜ ਪਰੈ ਮੈਨੇ ਖੋਜਣ ਵਿੱਚ ਲੱਗ ਜਾਏ। ਜੇ ਕੋਈ ਰੱਬ ਨੂੰ ਖੋਜਣ ਲੱਗ ਜਾਏ, ਇਹਦਾ ਮਤਲਬ ਇਹ ਨਹੀਂ ਹੈ ਕਿ ਰੱਬ ਕਿਤੇ ਗਵਾਚਾ ਹੋਇਆ ਹੈ, ਰੱਬ ਨੂੰ ਕਿਤੇ ਬਾਹਰ ਜਾ ਕੇ ਲੱਭਣਾ ਹੈ। ਬਾਹਰ ਜਾ ਕੇ ਨਹੀਂ ਲੱਭਣਾ। ਖੋਜ ਪਰੈ ਜੋ ਕੋਈ ਮੈਨੇ ਆਪਣੇ ਅੰਦਰੋਂ ਰੱਬ ਨੂੰ ਲੱਭਣ ਲੱਗ ਜਾਏ, ਆਪਣੇ ਅੰਦਰ ਦੀ ਖੋਜ ਕਰਨ ਲੱਗ ਜਾਏ, ਆਪਣੇ ਅੰਦਰ ਨੂੰ ਜਾਣਨ ਲੱਗ ਜਾਏ ਕਿ ਪ੍ਰਭੂ ਤੇ ਮੇਰੇ ਅੰਦਰ ਹੈ, ਮੈਂ ਆਪਣੇ ਅੰਦਰੋਂ ਖੋਜ ਹੀ ਕਰ ਲਵਾਂ। ਮਨੁੱਖ ਆਪਣੇ ਆਪੇ ਦੀ ਖੋਜ ਕਰਨ ਲੱਗ ਜਾਏ, ਤੇ ਜਿਹੜਾ ਵੀ ਆਪਣੇ ਅੰਦਰ ਦੀ ਖੋਜ ਕਰੇਗਾ ਉਹਨੂੰ ਰੱਬ ਮਿਲ ਜਾਏਗਾ। ਸੱਚ ਤੇ ਅੰਦਰ ਹੀ ਹੈ ਨਾ, ਤੇ ਖੋਜਣਾ ਪੈਣਾ ਹੈ। ਇਮਾਨਦਾਰੀ ਨਾਲ ਖੋਜੇ, ਇਮਾਨਦਾਰੀ ਦੇ ਨਾਲ ਵਿਚਾਰ ਕਰੇ ਕਿ ਆ ਜਿਹੜੇ ਗੁਣ ਨੇ ਰੱਬ ਵਾਲੇ, ਮੈਂ ਇਹਨਾਂ ਤੇ ਅਮਲ ਕਰ ਸਕਦਾ ਕਿ ਨਹੀਂ ਕਰ ਸਕਦਾ। ਜੇ ਕੋਈ ਖੋਜ ਕਰੇ ਕਿ ਜਿਹੜੀ ਮੈਂ ਹੁਣ ਗੱਲ ਕੀਤੀ ਹੈ, ਇਹ ਗੱਲ ਸੱਚ ਹੈ ਕਿ ਝੂਠ ਹੈ, ਮੈਂ ਝੂਠ ਬੋਲ ਰਿਹਾ ਕਿ ਸੱਚ ਬੋਲਿਆ ਹੈ, ਇਮਾਨਦਾਰੀ ਦੇ ਨਾਲ ਆਪਣੇ ਆਪ ਨੂੰ ਪੁੱਛੇ, ਆਪਣੇ ਆਪ ਦੀ ਖੋਜ ਕਰੇ, ਤੇ ਅੰਦਰੋਂ ਆਵਾਜ਼ ਆਏਗੀ। ਕੀ ਆਵਾਜ਼ ਆਏਗੀ? ਆਵਾਜ਼ ਆਏਗੀ ਵੀ ਤੂੰ ਝੂਠ ਬੋਲਿਆ। ਬੰਦਾ ਫਿਰ ਖੋਜ ਕਰੇ ਆਪਣੇ ਅੰਦਰੋਂ, ਅੱਛਾ ਜੇ ਮੈਂ ਝੂਠ ਬੋਲਿਆ ਤਾਂ ਕੀ ਮੈਂ ਸੱਚ ਬੋਲ ਸਕਦਾ ਵਾਂ ਕਿ ਨਹੀਂ ਬੋਲ ਸਕਦਾ? ਅੰਦਰੋਂ ਫਿਰ ਇੱਕ ਆਵਾਜ਼ ਆਏਗੀ, ਕਿਉਂ ਨਹੀਂ ਬੋਲ ਸਕਦਾ, ਮੈਂ ਤੇ ਸੱਚ ਬੋਲ ਸਕਦਾ ਵਾਂ। ਜੇ ਬੰਦਾ ਕਿਸੇ ਦੀ ਚੁਗਲੀ ਕਰੇ, ਤੇ ਚੁਗਲੀ ਕਰਨ ਦਾ ਮਤਲਬ ਕਿਸੇ ਦੀ ਬਦਖੋਈ ਕਰਨੀ। ਹੁਣ ਕਿਸੇ ਦੀ ਬਦਖੋਈ ਕਰਨੀ ਠੀਕ ਹੈ ਕਿ ਗਲਤ ਹੈ? ਆਪਣੇ ਆਪ ਨੂੰ ਪੁੱਛੇ, ਆਪਣੇ ਆਪ ਨਾਲ ਗੱਲ ਕਰੇ, ਆਪਣੀ ਖੋਜ ਕਰੇ। ਫਿਰ ਇਮਾਨਦਾਰੀ ਨਾਲ ਜਦੋਂ ਆਪਣੇ ਆਪ ਨੂੰ ਪੁੱਛੇਗਾ, ਅੰਦਰੋਂ ਆਵਾਜ਼ ਆਏਗੀ, ਹਾਂ ਕਿਸੇ ਦੀ ਬਦਖੋਈ ਕਰਨੀ, ਕਿਸੇ ਨੂੰ ਬੁਰਾ ਕਹਿਣਾ, ਕਿਸੇ ਦੀ ਨਿੰਦਾ ਕਰਨੀ, ਕਿਸੇ ਦੀ ਚੁਗਲੀ ਕਰਨੀ ਠੀਕ ਨਹੀਂ ਹੈ। ਜੇ ਕੋਈ ਮੇਰੀ ਨਿੰਦਾ ਕਰੇ, ਮੇਰੀ ਚੁਗਲੀ ਕਰੇ, ਫਿਰ ਕੀ ਹੋਏਗਾ? ਕੋਈ ਮੇਰੀ ਵੀ ਕਰ ਸਕਦਾ ਹੈ। ਇਹਦਾ ਮਤਲਬ ਜੇ ਬਦਕੋਈ ਕਰਨੀ ਮੇਰੇ ਲਈ ਠੀਕ ਹੈ, ਜੇ ਮੇਰੇ ਲਈ ਠੀਕ ਨਹੀਂ ਤੇ ਮੈਂ ਦੂਜੇ ਦੀ ਵੀ ਕਿਉਂ ਕਰਾਂ? ਫਿਰ ਆਵਾਜ਼ ਆਏਗੀ, ਫਿਰ ਕੀ ਕਰਨਾ ਚਾਹੀਦਾ ਹੈ? ਗੁਣਾਂ ਦੀ ਗੱਲ ਕਰਨੀ ਚਾਹੀਦੀ ਹੈ। ਆਵਾਜ਼ ਆਏਗੀ, ਹਾਂ ਮੈਨੂੰ ਗੁਣਾਂ ਦੀ ਗੱਲ ਕਰਨੀ ਚਾਹੀਦੀ ਹੈ। ਆਪਣੀ ਖੋਜ ਕਰੋ, ਆਪਣੇ ਆਪ ਨਾਲ ਗੱਲ ਕਰੋ। ਕੋਈ ਖੋਜਣ ਲੱਗ ਜਾਏ ਕਿ ਮੈਂ ਫਲਾਣੀ ਜਗ੍ਹਾ ਚੋਰੀ ਕੀਤੀ ਸੀ, ਉਹ ਠੀਕ ਸੀ? ਅੰਦਰੋਂ ਆਵਾਜ਼ ਆਏਗੀ, ਨਹੀਂ ਨਹੀਂ ਉਹ ਮੈਂ ਗਲਤ ਕੀਤਾ ਸੀ, ਚੋਰੀ ਕਰਨੀ ਠੀਕ ਨਹੀਂ ਸੀ। ਫਿਰ ਆਪਣੇ ਆਪ ਨਾਲ ਪੁੱਛੋ, ਕੀ ਮੈਂ ਸੱਚੀ ਸੁੱਚੀ ਕਿਰਤ ਕਰ ਸਕਦਾ ਹਾਂ? ਫਿਰ ਅੰਦਰੋਂ ਆਵਾਜ਼ ਆਏਗੀ, ਹਾਂ ਮੈਂ ਕਰ ਸਕਦਾ ਹਾਂ। ਜੇ ਕੋਈ ਖੋਜ ਕਰਨ ਲੱਗ ਜਾਏ, ਜੇ ਆਪਣੇ ਅੰਦਰੋਂ ਹੀ ਕੋਈ ਰੱਬ ਨੂੰ ਖੋਜਣ ਲੱਗ ਜਾਏ। ਖੱਖਾ ਖੋਜ ਪਰੈ ਜੋ ਕੋਈ, ਜੇ ਕੋਈ ਮਨੁੱਖ ਆਪਣੇ ਅੰਦਰੋਂ ਖੋਜ ਕਰਨ ਲੱਗ ਜਾਏ। ਖੱਖੇ ਅੱਖਰ ਦੇ ਰਾਹੀਂ ਭਗਤ ਕਬੀਰ ਜੀ ਉਪਦੇਸ਼ ਕਰ ਰਹੇ ਨੇ ਸਾਨੂੰ, ਕੋਈ ਖੋਜੇ ਤੇ ਸਹੀ ਆਪਣੇ ਅੰਦਰੋਂ। ਰੱਬ ਕਿਤੇ ਬਾਹਰ ਨਹੀਂ ਗਵਾਚਾ। ਅਸਲ ਵਿੱਚ ਰੱਬ ਨੂੰ ਵੀ ਅੰਦਰੋਂ ਨਹੀਂ ਖੋਜਣਾ, ਅੰਦਰੋਂ ਉਸ ਰੱਬ ਦੇ ਗੁਣ ਨੂੰ ਖੋਜਣਾ ਹੈ, ਜਿਹੜਾ ਰੱਬ ਦੇ ਰੂਪ ਸਾਨੂੰ ਬਣਾ ਦਿੰਦਾ ਹੈ। ਉਹਨਾਂ ਗੁਣਾਂ ਨੂੰ ਧਾਰਨ ਕੀਤਿਆਂ ਸੀ ਰੱਬ ਵਰਗੇ ਹੋ ਜਾਂਦੇ ਹਾਂ। ਰੱਬ ਤੇ ਕਿਤੇ ਨਹੀਂ ਗਵਾਚਾ ਹੋਇਆ, ਉਹ ਤੇ ਅੰਦਰ ਵੀ ਹੈ, ਬਾਹਰ ਵੀ ਹੈ, ਦਿਸਦਾ ਨਹੀਂ ਹੈ। ਕਿਉਂ ਨਹੀਂ ਦਿਸਦਾ? ਕਿਉਂਕਿ ਅਸੀਂ ਗੁਣਾਂ ਦੀ ਖੋਜ ਨਹੀਂ ਕਰ ਰਹੇ।
ਰੱਬ ਦੇ ਗੁਣਾਂ ਨੂੰ ਨਹੀਂ ਖੋਜ ਰਹੇ। ਰੱਬ ਦੇ ਗੁਣ ਕਿਹੜੇ ਨੇ? ਇੱਕ ਓਂਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸੈਭੰਗ। ਆ ਰੱਬ ਦੇ ਗੁਣ ਨੇ। ਔਰ ਹਰ ਮਨੁੱਖ ਦੇ ਅੰਦਰ ਰੱਬ ਹੈ, ਹਰ ਇੱਕ ਦੇ ਅੰਦਰ ਰੱਬ ਦੇ ਗੁਣ ਨੇ। ਜੇ ਕੋਈ ਉਹਨਾਂ ਗੁਣਾਂ ਨੂੰ ਖੋਜ ਕੇ ਅਮਲ ਵਿੱਚ ਲੈ ਆਵੇ, ਜੋ ਖੋਜਿਆ ਹੈ ਸੋ ਬਹੁਰ ਨਾ ਹੋਈ। ਜੋ ਖੋਜਿਆ ਵੀ ਨਹੀਂ, ਜਿਹੜਾ ਉਹਨੂੰ ਖੋਜ ਲਏਗਾ, ਜਿਹੜਾ ਵੀ ਉਹਨੂੰ ਲੱਭ ਲਏਗਾ, ਸੋ ਮੈਨੇ ਉਹ ਮਨੁੱਖ ਜਿਹੜਾ ਹੈ ਬਹੁਰ, ਬਹੁਰ ਮੈਨੇ ਮੁੜ ਕੇ ਦੁਬਾਰਾ ਨਾ ਹੋਈ, ਫਿਰ ਰੱਬ ਤੋਂ ਵੱਖਰਾ ਨਹੀਂ ਹੋਏਗਾ। ਉਹ ਜਿਹੜਾ ਵੀ ਖੋਜ ਲਏਗਾ ਆਪਣੇ ਅੰਦਰੋਂ ਰੱਬ ਨੂੰ ਖੋਜ ਲਏਗਾ। ਗਵਾਚਾ ਨਹੀਂ ਹੈ, ਅੰਦਰ ਹੀ ਹੈ। ਸਿਰਫ ਖੋਜ ਕਰਨੀ ਹੈ, ਜਾਣਨਾ ਹੈ, ਸਮਝਣਾ ਹੈ ਕਿ ਸੱਚ ਅੰਦਰ ਹੀ ਹੈ ਮੇਰੇ, ਨਿਰਵੈਰ ਅੰਦਰ ਹੀ ਹੈ ਮੇਰੇ, ਦਇਆ ਅੰਦਰ ਹੀ ਹੈ, ਪ੍ਰੇਮ ਤੇ ਮੇਰੇ ਅੰਦਰ ਹੀ ਹੈ। ਸਿਰਫ ਉਹਨਾਂ ਨੂੰ ਜ਼ਿੰਦਗੀ 'ਚ ਅਮਲ 'ਚ ਕਰਨਾ ਹੈ। ਜਿਹੜਾ ਖੋਜ ਲਏਗਾ, ਐਸੇ ਰੱਬ ਨੂੰ ਜਿਹੜਾ ਖੋਜ ਲਏਗਾ, ਉਹ ਰੱਬ ਵਰਗਾ ਹੋ ਜਾਏਗਾ। ਜੋ ਖੋਜੈ ਸੋ ਬਹੁਰ ਨਾ ਹੋਈ, ਉਹ ਮੁੜ ਕੇ ਰੱਬ ਤੋਂ ਦੂਰ ਨਹੀਂ ਹੋਏਗਾ। ਜਿਵੇਂ ਨਿੱਕੀ ਜਿਹੀ ਪਾਣੀ ਦੀ ਬੂੰਦ ਸਾਗਰ ਨੂੰ ਖੋਜਣ ਵਾਸਤੇ ਚਲੀ ਜਾਏ, ਸਾਗਰ 'ਚ ਚਲੀ ਜਾਏ, ਕੀ ਉਹ ਹੁਣ ਬੂੰਦ ਸਾਗਰ ਤੋਂ ਵੱਖਰੀ ਹੋ ਸਕਦੀ ਹੈ? ਸਾਗਰ ਨੂੰ ਲੱਭਦਿਆਂ ਲੱਭਦਿਆਂ ਸਾਗਰ ਤੱਕ ਪਹੁੰਚ ਜਾਏ, ਨਦੀ ਦੇ ਰੂਪ ਵਿੱਚ, ਝਰਨੇ ਦੇ ਰੂਪ ਵਿੱਚ, ਦਰਿਆ ਦੇ ਰੂਪ ਵਿੱਚ ਸਾਗਰ ਤੱਕ ਪਹੁੰਚ ਜਾਏ। ਜਦੋਂ ਉਹ ਨਿੱਕੀ ਜਿਹੀ ਬੂੰਦ ਸਾਗਰ ਵਿੱਚ ਜਾ ਕੇ ਮਿਲ ਜਾਏ, ਕੀ ਉਹ ਸਾਗਰ ਤੋਂ ਵੱਖਰੀ ਰਹਿ ਸਕਦੀ ਹੈ? ਫਿਰ ਵੱਖਰੀ ਨਹੀਂ ਰਹਿ ਸਕਦੀ। ਫਿਰ ਸਾਗਰ ਦਾ ਰੂਪ ਹੋ ਜਾਏਗੀ। ਫਿਰ ਸਮੁੰਦਰ ਤੋਂ ਵੱਖਰੀ ਨਹੀਂ ਨਜ਼ਰ ਆਏਗੀ, ਸਾਗਰ ਹੀ ਨਜ਼ਰ ਆਏਗੀ। ਫਿਰ ਉਹ ਕੋਈ ਨਦੀ ਸਮੁੰਦਰ ਨੂੰ ਖੋਜਣ ਲੱਗ ਜਾਏ ਤੇ ਸਮੁੰਦਰ ਵਿੱਚ ਜਾ ਕੇ ਉਹ ਵੱਖਰੀ ਰਹਿ ਸਕਦੀ ਸਮੁੰਦਰ ਤੋਂ? ਸਤਲੁਜ ਦਰਿਆ ਸਮੁੰਦਰ ਵਿੱਚ ਜਾ ਕੇ ਮਿਲਿਆ, ਹੁਣ ਸਤਲੁਜ ਸਮੁੰਦਰ ਤੋਂ ਵੱਖਰਾ ਰਹਿ ਸਕਦਾ ਹੈ? ਕੋਈ ਕਹਿ ਸਕਦਾ ਵੀ ਆਹ ਸਮੁੰਦਰ ਹੈ ਤੇ ਇਹਦੇ ਵਿੱਚ ਆ ਸਤਲੁਜ ਵੀ ਵਗ ਰਿਹਾ, ਆ ਨਾਲ ਬਿਆਸ ਦਰਿਆ ਵੀ ਵਗ ਰਿਹਾ, ਨਾਲਾ ਰਾਵੀ ਵੀ ਵਗ ਰਿਹਾ? ਕੋਈ ਕਹਿ ਸਕਦਾ? ਉਹ ਵੱਖਰੇ ਨਹੀਂ ਰਹਿ ਸਕਦੇ, ਉਹ ਸਾਗਰ ਹੀ ਮੰਨਿਆ ਜਾਏਗਾ। ਹੁਣ ਲੋਕ ਕਹਿਣਗੇ ਇਹ ਸਾਗਰ ਹੈ। ਸਲਾਹੀ ਸਲਾਹ ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਭਵੇਂ ਸਮੁੰਦ ਨਾ ਜਾਣੀਐ। ਜਦੋਂ ਨਦੀਆਂ ਬਰਸਾਤੀ ਵਹਿਣ ਸਮੁੰਦਰ ਵਿੱਚ ਚਲੇ ਜਾਂਦੇ ਨੇ, ਫਿਰ ਉਹ ਵੱਖਰੇ ਨਹੀਂ ਜਾਣੇ ਜਾਂਦੇ, ਸਾਗਰ ਹੀ ਲੋਕ ਕਹਿੰਦੇ ਨੇ ਵੀ ਫਲਾਣਾ ਸਮੁੰਦਰ ਹੈ ਇਹ। ਜਦੋਂ ਬੂੰਦ ਸਮੁੰਦਰ ਵਿੱਚ ਚਲੀ ਜਾਂਦੀ, ਬੂੰਦ ਵੱਖਰੀ ਨਹੀਂ ਰਹਿ ਜਾਂਦੀ, ਸਾਗਰ ਹੋ ਜਾਂਦੀ ਹੈ। ਜੋ ਖੋਜੈ ਸੋ ਬਹੁਰ ਨਾ ਹੋਈ। ਜੇ ਕੋਈ ਉਸ ਪ੍ਰਭੂ ਨੂੰ, ਰੱਬ ਨੂੰ ਆਪਣੇ ਅੰਦਰੋਂ ਖੋਜ ਲਏ, ਖੋਜ ਵਿੱਚ ਪੈ ਜਾਏ, ਯਤਨ ਕਰੇ, ਆਪਣੇ ਆਪੇ ਦੀ ਪੜਚੋਲ ਕਰੇ, ਸੈਲਫ ਐਨਾਲਿਸਿਸ ਕਰੇ, ਜੇ ਕੋਈ ਆਪਣੇ ਅੰਦਰੋਂ ਉਸ ਰੱਬ ਨੂੰ ਸਮਝ ਲਵੇ, ਰੱਬ ਦੇ ਗੁਣਾਂ ਨਾਲ ਸਾਂਝ ਪਾ ਲੇ, ਜੁੜ ਜਾਏ, ਸੋ ਬਹੁਰ ਨਾ ਹੋਈ। ਮੁੜ ਕੇ ਉਹ ਰੱਬ ਤੋਂ ਵੱਖਰਾ ਹੁੰਦਾ ਹੀ ਨਹੀਂ, ਉਹ ਰੱਬ ਦਾ ਹੀ ਰੂਪ ਹੋ ਜਾਂਦਾ ਹੈ। ਖੋਜ ਬੂਝ ਜੋ ਕਰੈ ਵਿਚਾਰਾ। ਇੱਥੇ ਖੋਜ ਜਿਹੜਾ ਹੈ ਉਹ ਜੱਜਾ ਮੁਕਤਾ ਹੈ, ਜਿਹਦਾ ਅਰਥ ਹੈ ਲੱਛਣ, ਨਿਸ਼ਾਨ। ਇੱਕ ਹੁੰਦਾ ਖੋਜਣਾ, ਖੋਜ ਕਰਨੀ। ਦੇਖੋ ਜਿਹੜੀ ਪਹਿਲੀ ਤੁਕ ਆਈ ਸੀ ਉਹਦੇ ਚ ਖੋਜ ਦੇ ਜੱਜੇ ਨੂੰ ਸਿਹਾਰੀ ਸੀ, ਕੱਖਾ ਖੋਜ ਪਰੈ, ਖੋਜ ਵਿੱਚ ਪੈ ਜਾਏ, ਖੋਜਣ ਲੱਗ ਜਾਏ, ਉੱਥੇ ਖੋਜਣ ਦੀ, ਲੱਭਣ ਦੀ ਗੱਲ ਸੀ। ਹੁਣ ਇੱਥੇ ਜੱਜਾ ਮੁਕਤਾ ਹੈਗਾ, ਖੋਜ ਬੂਝ ਜੋ ਕਰੇ ਵਿਚਾਰਾ। ਖੋਜ ਲੱਛਣ, ਨਿਸ਼ਾਨ, ਬੂਝ ਮੈਨੇ ਬੁੱਝ ਕੇ, ਨਿਸ਼ਾਨ, ਨਿਸ਼ਾਨ ਬੁੱਝ ਕੇ, ਲੱਛਣ ਸਮਝ ਕੇ। ਕੋਈ ਲੱਛਣ ਨੂੰ ਸਮਝ ਲਵੇ, ਲੱਛਣਾਂ ਨੂੰ ਸਮਝ ਲਵੇ, ਨਿਸ਼ਾਨਾਂ ਨੂੰ ਸਮਝ ਲਵੇ। ਇੱਥੇ ਖੋਜ ਦਾ ਮਤਲਬ ਲੱਛਣ, ਨਿਸ਼ਾਨ। ਇੱਥੇ ਜੇ ਖੋਜ ਜੱਜੇ ਨੂੰ ਸਿਹਾਰੀ ਨਾਲ ਆ ਜਾਏ ਤੇ ਖੋਜ ਕੇ ਵੀ ਅਰਥ ਬਣ ਜਾਏਗਾ, ਖੋਜ ਕੇ, ਸਮਝ ਕੇ। ਕੁਝ ਇੱਕ ਸੱਜਣ ਮੰਨਦੇ ਨੇ ਵੀ ਖੋਜ ਦੇ ਜੱਜੇ ਨੂੰ ਸਿਹਾਰੀ ਹੋਣੀ ਚਾਹੀਦੀ ਹੈ, ਪਰ ਲੋੜ ਨਹੀਂ ਹੈ, ਕਿਉਂਕਿ ਇੱਥੇ ਖੋਜਾਂ ਨੂੰ ਬੁੱਝ ਕੇ, ਨਿਸ਼ਾਨਾਂ ਨੂੰ ਸਮਝ ਕੇ, ਉਹ ਨਿਸ਼ਾਨੀਆਂ ਨੂੰ ਸਮਝ ਕੇ, ਉਹਨਾਂ ਲੱਛਣਾਂ ਨੂੰ ਸਮਝ ਕੇ ਜਦੋਂ ਕੋਈ ਵਿਚਾਰ ਕਰੇ, ਜੇ ਜੱਜੇ ਨੂੰ ਸਿਹਾਰੀ ਵੀ ਤਾਂ ਵੀ ਖੋਜ ਕੇ, ਸਮਝ ਕੇ ਅਰਥ ਬਣ ਜਾਣਗੇ। ਖੋਜ ਲੱਛਣਾਂ ਨੂੰ, ਬੂਝ ਬੁੱਝ ਕੇ, ਜੋ ਕਰੇ ਵਿਚਾਰਾ, ਜੇ ਕੋਈ ਵਿਚਾਰ ਕਰੇ। ਹੁਣ ਖੋਜ ਸ਼ਬਦ ਜਿਹੜਾ ਹੈ, ਅਸੀਂ ਜਦੋਂ ਪੰਜਾਬ ਦੇ ਪਿੰਡਾਂ 'ਚ ਦੇਖਦੇ ਹਾਂ ਤੇ ਪਿੰਡਾਂ 'ਚ ਕਈ ਵਾਰੀ ਗਾਵਾਂ ਮੱਝਾਂ ਦੀ ਚੋਰੀ ਹੋ ਜਾਂਦੀ ਸੀ, ਜਾਂ ਕਿਸੇ ਦੇ ਕੀਮਤੀ ਸਮਾਨ ਦੀ ਚੋਰੀ ਹੋ ਜਾਂਦੀ ਸੀ। ਤੇ ਜਦੋਂ ਚੋਰੀ ਹੋ ਜਾਣੀ ਤੇ ਲੋਕਾਂ ਨੇ ਕਹਿਣਾ ਵੀ ਫਲਾਣੇ ਪਿੰਡ ਵਿੱਚ ਖੋਜੀ ਰਹਿੰਦਾ, ਉਹਨੂੰ ਬੁਲਾਓ, ਉਹ ਦੱਸੇਗਾ ਵੀ ਚੋਰੀ ਕਿਹਨੇ ਕੀਤੀ ਹੈ। ਤੇ ਲੋਕ ਕੀ ਕਰਦੇ ਸੀ,
ਜਿਹੜਾ ਵੀ ਆਦਮੀ ਕੋਈ ਗਾਂ ਮੱਝ ਖੋਲ ਕੇ ਲੈ ਗਿਆ ਜਾਂ ਕੋਈ ਕੀਮਤੀ ਚੀਜ਼ ਘਰੋਂ ਚੁੱਕ ਕੇ ਲੈ ਗਿਆ, ਉਹਦਾ ਕੋਈ ਨਾ ਕੋਈ ਪੈਰ ਦਾ ਨਿਸ਼ਾਨ ਲੱਭ ਕੇ ਉਹਦੇ ਉੱਪਰ ਉਹ ਟੋਕਰਾ ਮੂੰਹ ਦਾ ਮਾਰ ਦਿੰਦੇ ਸੀਗੇ। ਫਿਰ ਖੋਜੀ ਨੂੰ ਬੁਲਾਉਂਦੇ ਸੀ ਤੇ ਖੋਜੀ ਕੀ ਕਰਦਾ ਸੀ? ਖੋਜੀ ਆ ਕੇ ਫਿਰ ਪੈਰ ਦੇ ਨਿਸ਼ਾਨ ਨੂੰ ਧਿਆਨ ਨਾਲ ਦੇਖਦਾ ਸੀ ਤੇ ਪੈਰ ਦੇ ਨਿਸ਼ਾਨ ਨੂੰ ਦੇਖ ਕੇ ਫਿਰ ਇਹ ਦੇਖਦਾ ਸੀ ਇਹ ਪੈਰ ਦਾ ਨਿਸ਼ਾਨ ਕਿੱਥੇ ਕਿੱਥੇ ਜਾ ਰਿਹਾ ਵੈ, ਕਿੱਧਰ ਕਿੱਧਰ ਜਾ ਰਿਹਾ। ਫਿਰ ਪੈਰ ਦੇ ਨਿਸ਼ਾਨ ਨੂੰ ਦੇਖਦਿਆਂ ਦੇਖਦਿਆਂ ਉਸ ਪਿੰਡ 'ਚ ਪਹੁੰਚ ਜਾਂਦਾ ਸੀ ਜਿਸ ਪਿੰਡ ਦੇ ਵਿੱਚ ਉਹ ਆਦਮੀ ਗਿਆ ਹੁੰਦਾ ਸੀ। ਖੋਜੀ ਜਿਹੜਾ ਚੋਰ ਦੇ ਘਰ ਤੱਕ ਪਹੁੰਚ ਜਾਂਦਾ ਸੀ ਕਿ ਹੁਣ ਇਸ ਪਿੰਡ ਵਿੱਚੋਂ ਗਾਂ ਮੱਝ ਨੂੰ ਲੱਭੋ, ਇਸ ਪਿੰਡ ਵਿੱਚੋਂ ਸਮਾਨ ਨੂੰ ਲੱਭੋ, ਇਸ ਪਿੰਡ ਦੇ ਵਿੱਚ ਹੈ ਜਾਂ ਆ ਫਲਾਣੇ ਘਰ ਤੱਕ ਪੈਰ ਦਾ ਨਿਸ਼ਾਨ ਜਾ ਰਿਹਾ, ਇੱਥੋਂ ਲੱਭੋ। ਉਹਨੂੰ ਕਹਿੰਦੇ ਨੇ ਖੋਜ, ਲੱਛਣ। ਇਸ ਕਰਕੇ ਖੋਜ ਕਈ ਵਾਰੀ ਪੈਰ ਨੂੰ ਵੀ ਕਹਿ ਦਿੱਤਾ ਜਾਂਦਾ ਵੈ, ਪੈਰ ਦੇ ਨਿਸ਼ਾਨ ਨੂੰ। ਔਰ ਪੈਰ ਦੇ ਨਿਸ਼ਾਨ ਤੋਂ ਪੈਰ ਵੀ, ਮੈਂਡਾ ਖੋਜ ਨਾ ਖੁੰਬੈ, ਮੇਰਾ ਪੈਰ ਨਹੀਂ ਖੁੰਬਦਾ, ਉੱਥੇ ਗੁਰਬਾਣੀ ਨੇ ਖੋਜ ਨੂੰ ਪੈਰ ਕਹਿ ਦਿੱਤਾ, ਮੇਰਾ ਪੈਰ ਖੁੱਬਦਾ ਨਹੀਂ। ਹੁਣ ਖੋਜ ਮੇਰੇ ਨਿਸ਼ਾਨ, ਲੱਛਣ, ਬੂਝ ਮੈਨੇ ਬੁੱਝ ਕੇ ਜੋ ਕਰੇ ਵਿਚਾਰਾ। ਜੇ ਕੋਈ ਵਿਚਾਰ ਕਰ ਲਵੇ, ਜੇ ਕੋਈ ਰੱਬੀ ਗੁਣਾਂ ਨੂੰ ਸਮਝ ਕੇ ਵਿਚਾਰ ਕਰ ਲਵੇ, ਜੇ ਕੋਈ ਰੱਬ ਦੇ ਗੁਣਾਂ ਨੂੰ ਸਮਝ ਕੇ ਆਪਣੀ ਸੋਚ ਵਿੱਚ ਵਸਾ ਲਵੇ, ਵਿਚਾਰ ਕਰਨਾ ਮੈਨੇ ਆਪਣੀ ਸੋਚ ਵਿੱਚ ਵਿਚਾਰ ਲਵੇ। ਰੱਬ ਦਾ ਖੋਜ ਸਾਡੇ ਅੰਦਰ ਹੀ ਹੈ, ਉਹਦੇ ਨਿਸ਼ਾਨ ਸਾਡੇ ਅੰਦਰ ਹੀ ਨੇ, ਰੱਬ ਦੇ ਲੱਛਣ ਸਾਡੇ ਅੰਦਰ ਹੀ ਨੇ, ਪ੍ਰਭੂ ਦੀਆਂ ਨਿਸ਼ਾਨੀਆਂ ਸਾਡੇ ਅੰਦਰ ਹਨ। ਖੋਜ ਬੂਝ ਉਹਨਾਂ ਲੱਛਣਾਂ, ਉਹਨਾਂ ਨਿਸ਼ਾਨੀਆਂ ਨੂੰ ਬੁੱਝਣਾ ਹੈ। ਉਹ ਨਿਸ਼ਾਨੀਆਂ ਕਿਹੜੀਆਂ ਨੇ? ਨਿਰਵੈਰਤਾ ਹੈ, ਸੱਚਾਈ ਹੈ, ਦਇਆ ਹੈ, ਨਿਰਭੈਤਾ ਹੈ, ਸਬਰ ਸੰਤੋਖ ਹੈ, ਬਖਸ਼ਿੰਦਗੀ ਹੈ। ਇਹ ਸਾਰੇ ਜਿਹੜੇ ਉਹਦੀਆਂ ਨਿਸ਼ਾਨੀਆਂ ਨੇ ਰੱਬ ਦੀਆਂ, ਔਰ ਸਾਰੀਆਂ ਸਾਡੇ ਅੰਦਰ ਹੀ ਨੇ। ਜੇ ਕੋਈ ਖੋਜ ਬੂਝ ਇਹਨਾਂ ਨਿਸ਼ਾਨੀਆਂ ਨੂੰ ਬੁੱਝ ਕੇ ਸਮਝ ਕੇ ਆਪਣੇ ਵਿਚਾਰ ਮੰਡਲ 'ਚ ਵਸਾ ਲਵੇ, ਭਾਵ ਅਮਲ ਦੇ ਵਿੱਚ ਲੈ ਆਵੇ, ਖੋਜ ਬੂਝ ਜੋ ਕਰੇ ਵਿਚਾਰਾ, ਤੇ ਫਿਰ ਕੀ ਹੋਏਗਾ? ਤਉ ਭਵਜਲ ਤਰਤ ਨਾ ਲਾਵੇ ਬਾਰਾ। ਤਉ ਮੈਨੇ ਤਦੋਂ, ਭਵਜਲ ਵਿਕਾਰਾਂ ਦੀ ਘੁੰਮਣ ਘੇਰੀ, ਵਿਕਾਰਾਂ ਦਾ ਸਾਗਰ, ਤਰਤ ਤਰਦਿਆਂ, ਨਾ ਲਾਵੇ ਲਾਂਦਾ ਨਹੀਂ ਹੈ, ਬਾਰਾ ਮੈਨੇ ਦੇਰ, ਫਿਰ ਸੰਸਾਰ ਸਾਗਰ ਨੂੰ ਪਾਰ ਲੰਘਦਿਆਂ ਦੇਰ ਨਹੀਂ ਲਾਂਦਾ। ਜਦੋਂ ਪਤਾ ਲੱਗਿਆ ਰੱਬੀ ਗੁਣ ਤੇ ਮੇਰੇ ਅੰਦਰ ਹੀ ਨੇ, ਉਹ ਵਿਕਾਰਾਂ ਦੇ ਸਾਗਰ ਤੋਂ ਤਰਦਿਆਂ ਦੇਰ ਨਹੀਂ ਲਾਂਦਾ, ਫਿਰ ਉਹ ਵਿਕਾਰਾਂ ਦੇ ਸਾਗਰ ਨੂੰ ਪਾਰ ਕਰਨ ਦੇ ਵਿੱਚ ਦੇਰ ਨਹੀਂ ਲਾਂਦਾ। ਉਹਨੂੰ ਮੁਕਤੀ, ਵਿਕਾਰਾਂ ਤੋਂ ਮੁਕਤੀ ਮਿਲਣ ਲੱਗਿਆ ਦੇਰ ਨਹੀਂ ਲੱਗਦੀ, ਉਹ ਇੱਕ ਪਲ 'ਚ ਹੀ ਮੁਕਤ ਹੋ ਜਾਂਦੇ। ਦੇਖੋ ਗੁਰੂ ਜੀ ਸਾਨੂੰ ਕਿੰਨਾ ਵਧੀਆ ਸਾਧਨ ਦੇ ਰਹੇ ਨੇ, ਸੰਸਾਰ ਤੋਂ ਤਰਨ ਦਾ, ਵਿਕਾਰਾਂ ਤੋਂ ਮੁਕਤ ਹੋਣ ਦਾ ਕਿੰਨਾ ਵਧੀਆ ਸਾਧਨ ਹੈ। ਦੁੱਖਾਂ ਫਿਕਰਾਂ ਚਿੰਤਾਵਾਂ ਤੋਂ ਬਚਣ ਦਾ ਕਿੰਨਾ ਵਧੀਆ ਤਰੀਕਾ ਹੈ। ਜੇ ਕੋਈ ਆਪਣੇ ਅੰਦਰ ਰੱਬੀ ਗੁਣਾਂ ਨੂੰ ਵੇਖੇ, ਉਹਨਾਂ ਗੁਣਾਂ ਦੀ ਪਛਾਣ ਕਰ ਲਵੇ, ਉਹਨਾਂ ਗੁਣਾਂ ਨੂੰ ਆਪਣੇ ਵਿਚਾਰ ਵਿੱਚ ਲੈ ਆਵੇ, ਆਪਣੀ ਸੋਚ ਵਿੱਚ ਟਿਕਾ ਲਵੇ, ਆਪਣੀ ਮੈਂਟੈਲਿਟੀ ਦੇ ਅੰਦਰ ਵਸਾ ਲਵੇ, ਤੇ ਇੱਕ ਪਲ ਦੇ ਅੰਦਰ ਉਹਦਾ ਪਾਰ ਉਤਾਰਾ ਹੋ ਜਾਏਗਾ। ਭਵ ਸਾਗਰ ਨੂੰ, ਵਿਕਾਰਾਂ ਦੇ ਸਮੁੰਦਰ ਨੂੰ ਤਰਨ ਲੱਗਿਆ ਫਿਰ ਉਹ ਦੇਰ ਨਹੀਂ ਲਗਾਉਂਦਾ, ਇੱਕ ਪਲ ਵਿੱਚ ਹੀ ਤਰ ਜਾਂਦਾ ਹੈ। ਖੋਜ ਬੂਝ ਜੋ ਕਰੇ ਵਿਚਾਰਾ, ਤਾਂ ਭਵਜਲ ਤਰਤ ਨਾ ਲਾਵੇ ਬਾਰਾ। ਰੱਬੀ ਗੁਣਾਂ ਨੂੰ ਪਛਾਣ ਕੇ ਜ਼ਿੰਦਗੀ 'ਚ ਧਾਰਨ ਕਰਨ ਦੇ ਨਾਲ ਉਹ ਵਿਕਾਰਾਂ ਦੇ ਸਾਗਰ ਤੋਂ ਤਰਦਿਆਂ ਦੇਰ ਨਹੀਂ ਲਾਂਦਾ, ਉਹ ਤਰ ਜਾਂਦਾ ਹੈ। ਇਸ ਤੋਂ ਅਗਲੇ ਬਚਨ ਭਗਤ ਜੀ ਦੇ, ਸੱਸਾ ਸੋ ਸ਼ਹਿ ਸੇਜ ਸਵਾਰੈ। ਸੱਸੇ ਅੱਖਰ ਦੇ ਰਾਹੀਂ ਭਗਤ ਜੀ ਉਪਦੇਸ਼ ਕਰ ਰਹੇ ਹਨ। ਸੋ ਸ਼ਹਿ, ਸ਼ਹਿ ਮੈਨੇ ਰੱਬ, ਸੇਜ ਰੱਬ ਦੀ ਸੇਜ, ਸਵਾਰੈ ਮੈਨੇ ਸਵਾਰ ਲਵੇ। ਹੁਣ ਦੇਖੋ ਰੱਬ ਨੇ ਟਿਕਣਾ ਕਿੱਥੇ ਹੈ, ਰੱਬ ਨੇ ਬਹਿਣਾ ਕਿੱਥੇ ਹੈ, ਰੱਬ ਨੇ ਆਉਣਾ ਕਿੱਥੇ ਹੈ? ਪ੍ਰਭੂ ਨੇ ਆਉਣਾ ਸਾਡੀ ਸੋਚ ਵਿੱਚ। ਸੋਚ ਰੱਬ ਦਾ ਟਿਕਾਣਾ ਹੈ ਨਾ, ਉਹਨੇ ਸਾਡੇ ਮਨ ਵਿੱਚ ਆ ਕੇ ਵਸਣਾ, ਜਿਹਨੂੰ ਪੁਰਾਣੇ ਜ਼ਮਾਨੇ 'ਚ ਲੋਕ ਹਿਰਦਾ ਵੀ ਕਹਿ ਦਿੰਦੇ ਸਨ। ਸਾਡੇ ਹਿਰਦੇ 'ਚ ਵਸਣਾ ਹੈ, ਸਾਡੀ ਸੋਚ ਵਿੱਚ ਵਸਣਾ ਹੈ। ਸਾਡੇ ਘਰ ਕਿਸੇ ਮਹਿਮਾਨ ਨੇ ਆਉਣਾ ਹੋਵੇ, ਤੇ ਅਸੀਂ ਆਪਣੇ ਘਰ ਦੀ ਸਫਾਈ ਕਰਦੇ ਹਾਂ, ਸਾਡੇ ਫਲਾਣੇ ਮਿੱਤਰ ਨੇ ਆਉਣਾ ਹੈ, ਸਾਡੇ ਫਲਾਣੇ ਰਿਸ਼ਤੇਦਾਰ ਨੇ ਆਉਣਾ ਹੈ, ਅਸੀਂ ਪੂਰੇ ਘਰ ਨੂੰ ਸਾਫ਼ ਕਰਦੇ ਹਾਂ। ਜਿੱਥੇ ਉਹਨੇ ਆ ਕੇ ਬਹਿਣਾ ਹੁੰਦਾ ਹੈ, ਅਸੀਂ ਉਸ ਥਾਂ ਨੂੰ ਸਾਫ਼ ਕਰਦੇ ਹਾਂ, ਡਰਾਇੰਗ ਰੂਮ ਨੂੰ ਸਾਫ਼ ਕਰਦੇ ਹਾਂ, ਸੋਫਿਆਂ ਦੇ ਅਸੀਂ ਪੁਰਾਣੇ ਕਵਰ ਲਾ ਦਿੰਦੇ ਹਾਂ, ਨਵੇਂ ਸੋਹਣੇ ਕਵਰ ਚੜਾ ਦਿੰਦੇ ਹਾਂ। ਜੇ ਉਹਨੇ ਸੌਣਾ ਤੇ ਬੈੱਡ ਦੇ ਉੱਪਰ ਨਵੀਆਂ ਚਾਦਰਾਂ ਵਿਛਾ ਦਿੰਦੇ ਹਾਂ। ਅਸੀਂ ਸਵਾਰਦੇ ਹਾਂ ਨਾ ਵੀ ਉਹਨੇ ਇੱਥੇ ਆ ਕੇ ਬਹਿਣਾ ਹੈ। ਹੁਣ ਜਿੱਥੇ ਰੱਬ ਨੇ ਟਿਕਣਾ, ਰੱਬ ਨੇ ਆ ਕੇ ਬਹਿਣਾ, ਉਹ ਸੇਜ ਵੀ ਤੇ ਸਵਾਰਨੀ ਪਏਗੀ ਨਾ। ਤੇ ਉਹ ਸੇਜ ਕਿਹੜੀ? ਜਿੱਥੇ ਰੱਬ ਨੇ ਆ ਕੇ ਟਿਕਣਾ ਹੈ, ਉਹ ਹੈ ਸਾਡੀ ਸੋਚ, ਸਾਡੀ ਮੈਂਟੈਲਿਟੀ,
ਆਪਣੀ ਸੋਚ ਨੂੰ ਸਾਫ਼ ਕਰੋ, ਆਪਣੇ ਮਨ ਨੂੰ ਸਾਫ਼ ਕਰੋ। ਜਿਹੜਾ ਵੀ ਜੀਵ ਆਪਣੇ ਮਨ ਨੂੰ ਸਵਾਰਦਾ ਹੈ ਉਹ ਰੱਬ ਦੀ ਸੇਜ ਸਵਾਰਦਾ ਹੈ। ਜਿਹੜੀ ਜੀਵ ਇਸਤਰੀ ਪ੍ਰਭੂ ਦੀ ਸੇਜ ਨੂੰ ਸਵਾਰਦੀ ਹੈ, ਜਿਹੜੇ ਆਪਣੇ ਮਨ ਨੂੰ ਸਵਾਰਦੇ ਨੇ, ਆਪਣੀ ਸੋਚ ਨੂੰ ਸਵਾਰ ਲੈਂਦੇ ਨੇ, ਇਹਦਾ ਮਤਲਬ ਉਹ ਰੱਬ ਦੇ ਬਹਿਣ ਦੀ ਥਾਂ ਸਵਾਰ ਰਹੇ ਨੇ, ਜਿੱਥੇ ਰੱਬ ਨੇ ਆ ਕੇ ਵਸਣਾ ਹੈ। ਜਿਹੜਾ ਆਪਣੇ ਮਨ ਦੇ ਵਿੱਚੋਂ ਬੁਰੇ ਵਿਚਾਰਾਂ ਦੀ ਗੰਦਗੀ ਬਾਹਰ ਕੱਢ ਰਿਹਾ ਹੈ, ਸੱਸਾ ਸੋ ਨੀਕਾ ਕਰ ਸੋਧੋ, ਜਿਹੜਾ ਅਸੀਂ ਪਿੱਛੇ 39ਵਾਂ ਬੰਦ ਪੜ੍ਹ ਕੇ ਗਏ ਹਾਂ। ਮਨ ਨੂੰ ਸੋਹਣਾ ਕਰਨਾ, ਸਵਾਰਨਾ, ਸੋਧਣਾ। ਉਸੇ ਸੱਸੇ ਨੂੰ ਲੈ ਕੇ ਫਿਰ ਅੱਗੇ ਆ ਗਏ, ਸੱਸਾ ਸੋ ਸ਼ਹਿ ਸੇਜ ਸਵਾਰੇ, ਵੀ ਸੇਜ ਨੂੰ ਸਵਾਰ ਦਿਓ, ਮਨ ਨੂੰ ਸਾਫ਼ ਕਰ ਲਓ, ਮਨ ਚੋਂ ਬੁਰੇ ਵਿਚਾਰ ਕੱਢ ਦਿਓ, ਤਾਂ ਮਨ ਦੇ ਵਿੱਚ ਦਇਆ ਦਾ ਵਿਚਾਰ ਆਏਗਾ। ਹਿੰਸਾ ਦਾ ਵਿਚਾਰ ਕੱਢੋਗੇ ਤੇ ਦਇਆ ਦਾ ਵਿਚਾਰ ਆ ਜਾਏਗਾ, ਕ੍ਰੋਧ ਦਾ ਵਿਚਾਰ ਕੱਢੋਗੇ ਨਿਮਰਤਾ ਦਾ ਆ ਜਾਏਗਾ। ਇਹਦੀ ਸਫਾਈ ਕਰੋ। ਆਪਣੇ ਜੀਵਨ ਵਿੱਚੋਂ ਨਫ਼ਰਤ ਦਾ ਵਿਚਾਰ ਕੱਢ ਦਿਓ, ਪ੍ਰੇਮ ਦਾ ਵਿਚਾਰ ਲੈ ਆਓ। ਆਪਣੀ ਜ਼ਿੰਦਗੀ ਵਿੱਚ ਝੂਠ ਦਾ ਵਿਚਾਰ ਕੱਢ ਦਿਓ, ਸੱਚ ਦਾ ਵਿਚਾਰ ਲੈ ਆਓ। ਇਹ ਹੈ ਮਨ ਨੂੰ ਸਵਾਰਨਾ। ਜਿਸ ਮਨ ਦੇ ਵਿੱਚ ਸੱਚ ਨੇ ਆ ਕੇ ਬਹਿਣਾ ਹੈ, ਜਿੱਥੇ ਦਇਆ ਨੇ ਆ ਕੇ ਬਹਿਣਾ ਹੈ, ਜਿੱਥੇ ਮਨ ਦੇ ਵਿੱਚ ਉਸ ਪ੍ਰਭੂ ਨੇ ਆ ਕੇ ਬਹਿਣਾ ਹੈ, ਨਿਰਵੈਰ ਰੱਬ ਨੇ ਬਹਿਣਾ ਹੈ, ਨਿਰਭਉ ਰੱਬ ਨੇ ਬਹਿਣਾ ਹੈ। ਸੱਸਾ ਸੋ ਸ਼ਹਿ ਸੇਜ ਸਵਾਰੇ। ਜੀਵ ਇਸਤਰੀ ਜਿਹੜੀ ਹੈ, ਜਿਹੜੀ ਉਸ ਪ੍ਰਭੂ ਦੇ ਬੈਠਣ ਵਾਲੀ ਸੇਜ ਨੂੰ ਸਵਾਰ ਦਿੰਦੀ ਹੈ। ਭਾਵ ਜਿਹੜੀ ਜੀਵ ਇਸਤਰੀ ਆਪਣੇ ਮਨ ਨੂੰ ਸਵਾਰ ਲੈਂਦੀ ਹੈ, ਸੋਚ ਸ਼ੁੱਧ ਕਰ ਲੈਂਦੀ ਹੈ, ਸੋਈ ਸਹੀ ਸੰਦੇਹ ਨਿਵਾਰੈ। ਸੋਈ ਮੈਨੇ ਉਹੀ, ਸਹੀ ਮੈਨੇ ਸਖੀ। ਤੇ ਸਹੀ ਦੇ ਅਰਥ ਅਸੀਂ ਵੀ ਕਰ ਸਕਦੇ ਹਾਂ, ਸਹੀ ਮੈਨਿਆਂ ਦੇ ਵਿੱਚ, ਸਹੀ ਅਰਥਾਂ ਵਿੱਚ। ਸੋਈ ਸਹੀ ਸੰਦੇਹ ਨਿਵਾਰੈ। ਸੰਦੇਹ ਮੈਨੇ ਸ਼ੱਕ, ਭਰਮ, ਨਿਵਾਰੈ ਮੈਨੇ ਦੂਰ ਕਰ ਲੈਂਦੀ ਹੈ। ਉਸ ਜੀਵ ਦੇ ਅੰਦਰੋਂ ਸ਼ੱਕ ਦੂਰ ਹੋ ਜਾਂਦਾ ਹੈ। ਉਸ ਜੀਵ ਦੇ ਅੰਦਰ ਕੋਈ ਸੰਦੇਹ, ਸ਼ੱਕ ਨਹੀਂ ਰਹਿ ਜਾਂਦਾ। ਉਹ ਮਨੁੱਖ ਆਪਣੇ ਅੰਦਰ ਰੱਬ ਨੂੰ ਵੇਖ ਲੈਂਦਾ ਹੈ, ਪ੍ਰਭੂ ਚ ਸਮਾ ਜਾਂਦਾ ਹੈ। ਫਿਰ ਉਹਦੇ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਸਾਰਾ ਸੰਸਾਰ ਪ੍ਰਭੂ ਦਾ ਰੂਪ ਹੀ ਹੈ। ਉਹਦਾ ਸ਼ੱਕ ਦੂਰ ਹੋ ਜਾਂਦਾ ਹੈ। ਫਿਰ ਉਹਨੂੰ ਸਮਝ ਆ ਜਾਂਦੀ ਹੈ ਕਿ ਦਿਸਦਾ ਹੋਇਆ ਸਾਰਾ ਜਗਤ ਰੱਬ ਦਾ ਹੀ ਰੂਪ ਹੈ। ਜੋ ਦਿਸ ਰਿਹਾ ਹੈ ਉਹ ਰੱਬ ਹੈ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ। ਜੇ ਇੱਥੇ ਵਿਸ਼ ਜ਼ਹਿਰ ਕਵਾਂਗੇ ਤੇ ਇਸ ਵਿਸ਼ ਇਸਤਰੀ ਲਿੰਗ ਸ਼ਬਦ ਦਾ ਜਿਹੜਾ ਪੜਨਾਮੀ ਵਿਸ਼ੇਸ਼ਣ ਹੈ, ਇਹ ਦੇ ਹਾਹੇ ਨੂੰ ਔਂਕੜ ਨਹੀਂ ਆਣੀ ਚਾਹੀਦੀ। ਜੇ ਇੱਥੇ ਵਿਸ਼ਵ ਦੀ ਗੱਲ ਹੈ, ਕੁੱਲ ਸੰਸਾਰ ਦੀ, ਫਿਰ ਉੱਥੇ ਇਹ ਦੇ ਹਾਹੇ ਨੂੰ ਔਂਕੜ ਆ ਜਾਏਗੀ। ਕਿਉਂਕਿ ਵਿਸ਼ ਜੇ ਪਲਿੰਗ ਹੈ ਤੇ ਇਹ ਹਾਹੇ ਨੂੰ ਔਂਕੜ ਹੈ। ਇਹਦਾ ਮਤਲਬ ਇੱਥੇ ਵਿਸ਼ਵ ਸੰਸਾਰ ਦੀ ਹੀ ਗੱਲ ਚੱਲ ਰਹੀ ਹੈ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਕੁੱਲ ਸੰਸਾਰ ਜਿਹੜਾ ਤੁਸੀਂ ਦੇਖ ਰਹੇ ਹੋ, ਇਹ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ। ਸ਼ੱਕ ਦੂਰ ਹੋ ਜਾਏਗਾ, ਫਿਰ ਰੱਬ ਦਾ ਰੂਪ ਹੀ ਹੈ। ਭਗਤ ਕਬੀਰ ਜੀ ਆਪਣੀ ਬਾਣੀ ਚ ਲੋਕਾਂ ਦੇ ਭੁਲੇਖੇ ਦੂਰ ਕਰ ਰਹੇ ਨੇ ਵੀ ਸੰਦੇਹ ਛੱਡ ਦਿਓ, ਇਸ ਸ਼ੱਕ ਨੂੰ, ਭਰਮ ਨੂੰ ਖਤਮ ਕਰ ਦਿਓ। ਸੋਈ ਸਹੀ ਸੰਦੇਹ ਨਿਵਾਰੇ। ਸਹੀ ਅਰਥਾਂ ਦੇ ਵਿੱਚ ਉਹੀ ਸ਼ੱਕ ਦੂਰ ਕਰ ਲੈਂਦਾ ਹੈ। ਤੇ ਭਗਤ ਜੀ ਲੋਕਾਂ ਦੇ ਭਰਮ ਸ਼ੱਕ ਦੂਰ ਕਰ ਰਹੇ ਨੇ। ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ, ਖਲਕ ਮੈਂ ਖਾਲਕ, ਪੂਰ ਰਿਓ ਸਰਬ ਠਾਈ। ਉਹ ਤੇ ਸਾਰੇ ਸੰਸਾਰ ਵਿੱਚ ਆਪ ਹੀ ਪੂਰਿਆ ਹੋਇਆ। ਜਿਹੜਾ ਮਨੁੱਖ ਆਪਣੇ ਮਨ ਨੂੰ ਸਵਾਰ ਲੈਂਦਾ ਹੈ, ਉਹਦੀਆਂ ਜਿੰਨੀਆਂ ਚਿੰਤਾਵਾਂ ਨੇ ਮੁੱਕ ਜਾਂਦੇ ਨੇ, ਸ਼ੱਕ ਖਤਮ ਹੋ ਜਾਂਦੇ ਨੇ, ਭਰਮ ਜਿੰਨੇ ਨੇ ਮੁੱਕ ਜਾਂਦੇ ਨੇ, ਜਿੰਨੇ ਕਰਮ ਕਾਂਡਾਂ ਦੇ ਵਹਿਮ ਭਰਮ ਨੇ ਉਹ ਖਤਮ ਹੋ ਜਾਂਦੇ ਨੇ। ਜਿਨ੍ਹਾਂ ਦੇ ਮਨ ਵਿੱਚ ਸ਼ੱਕ ਹੈ, ਭਰਮ ਹੈ, ਅਜੇ ਵੀ ਕਰਮ ਕਾਂਡਾਂ ਵਿੱਚ ਜੀ ਰਹੇ ਨੇ, ਇਹਦਾ ਮਤਲਬ ਉਹਨਾਂ ਦਾ ਮਨ ਸਵਾਰਿਆ ਹੋਇਆ ਨਹੀਂ ਹੈ। ਤੇ ਜੇ ਕੋਈ ਆਪਣਾ ਮਨ ਸਵਾਰ ਲੈਂਦਾ ਹੈ, ਉਹ ਆਪਣੇ ਅੰਦਰੋਂ ਸ਼ੱਕ ਨੂੰ ਦੂਰ ਕਰ ਲੈਂਦਾ ਹੈ। ਉਹਨੂੰ ਸਮਝ ਪੈ ਜਾਂਦੀ ਹੈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੋਈ ਸਹੀ ਸੰਦੇਹ ਨਿਵਾਰੈ। ਫਿਰ ਉਹ ਆਪਣੇ ਅੰਦਰੋਂ ਸੰਦੇਹ ਨੂੰ, ਸ਼ੱਕ ਨੂੰ, ਭਰਮ ਨੂੰ ਦੂਰ ਕਰ ਲੈਂਦਾ ਹੈ। ਅਲਪ ਸੁਖ ਛਾੜ ਪਰਮ ਸੁਖ ਪਾਵਾ। ਅਲਪ ਮੈਨੇ ਛੋਟਾ ਜਿਹਾ, ਨਿੱਕਾ ਜਿਹਾ, ਹੋਛਾ। ਆਵਾ ਮੈਨੇ ਆ ਜਾਂਦਾ ਹੈ, ਪ੍ਰਾਪਤ ਕਰ ਲਈਦਾ ਹੈ। ਪਰਮ ਸੁਖ ਮੈਨੇ ਵੱਡਾ ਸੁਖ, ਮਹਾਨ ਸੁਖ। ਫਿਰ ਕੀ ਹੁੰਦਾ ਹੈ? ਜਿਹੜਾ ਮਨੁੱਖ ਆਪਣੇ ਮਨ ਨੂੰ ਸਵਾਰ ਲੈਂਦਾ ਹੈ, ਸ਼ੱਕ ਦੂਰ ਕਰ ਲੈਂਦਾ ਹੈ, ਸੋਚ ਨੂੰ ਸਵਾਰ ਲੈਂਦਾ ਹੈ, ਪ੍ਰਭੂ ਚ ਸਮਾ ਜਾਂਦਾ ਹੈ, ਜਿਹੜਾ ਰੱਬੀ ਗੁਣਾਂ ਨੂੰ ਧਾਰਨ ਕਰ ਲੈਂਦਾ ਹੈ, ਫਿਰ ਕੀ ਹੁੰਦਾ? ਅਲਪ ਸੁਖ ਛਾੜ। ਉਹ ਹੋਸੇ ਸੁੱਖਾਂ ਨੂੰ ਛੱਡ ਦਿੰਦਾ ਹੈ। ਉਹ ਨਿੱਕੇ ਨਿੱਕੇ ਸੁੱਖਾਂ ਨੂੰ ਤਿਆਗ ਦਿੰਦਾ ਹੈ। ਹੋਛੇ ਮੈਨੇ ਜਿਹੜੇ ਸਦਾ ਸਾਥ ਦੇਣ ਵਾਲੇ ਨਹੀਂ ਹਨ, ਉਹਨਾਂ ਹੋਛੇ ਸੁੱਖਾਂ ਨੂੰ ਛੱਡ ਦਿੰਦਾ ਹੈ। ਪਰਮ ਮੈਨੇ ਮਹਾਨ, ਪਰਮ ਸੁਖ ਪਾਵਾ। ਉਹ ਮਹਾਨ ਵੱਡੇ ਸੁੱਖਾਂ ਨੂੰ ਪ੍ਰਾਪਤ ਕਰ ਲੈਂਦਾ ਹੈ।
ਹੁਣ ਇੱਥੇ ਕਿਹੜੇ ਹੋਛੇ ਸੁੱਖਾਂ ਦੀ ਗੱਲ ਹੈ ਵੀ ਰੋਟੀ ਖਾਣੀ ਛੱਡ ਦਿੰਦਾ ਕੋਈ, ਜਾਂ ਚਾਹ ਪੀਣੀ ਛੱਡ ਦਿੰਦਾ ਵੇ, ਉਹ ਫਿਰ ਬੈੱਡ ਤੇ ਨਹੀਂ ਸੌਂਦਾ, ਜਾਂ ਫਿਰ ਘਰ 'ਚ ਨਹੀਂ ਰਹਿੰਦਾ, ਜੰਗਲ 'ਚ ਰਹਿੰਦਾ, ਛੋਟੇ ਮੋਟੇ ਸੁੱਖਾਂ ਦਾ ਤਿਆਗ ਕਰ ਦਿੰਦਾ ਹੈ, ਉਹ ਪੈਸਿਆਂ ਦਾ ਤਿਆਗ ਕਰ ਦਿੰਦਾ ਹੈ, ਫਿਰ ਵੱਡੇ ਸੁੱਖ ਲੈ ਲੈਂਦਾ ਹੈ। ਉਹ ਕਿਹੜੇ ਅਲਪ ਸੁੱਖ ਛੱਡਦਾ ਵੈ ਤੇ ਕਿਹੜੇ ਵੱਡੇ ਸੁੱਖ ਨੂੰ ਮਿਲਦੇ ਨੇ? ਉਹ ਕਿਹੜੇ ਸੁੱਖ ਨੇ? ਸੁੱਖ ਤੇ ਕੋਈ ਨਹੀਂ ਛੱਡਣਾ ਚਾਹੁੰਦਾ, ਪਰ ਅਲਪ ਸੁੱਖ ਛਾੜ, ਜਿਹੜੇ ਹੋਛੇ ਨਿੱਕੇ ਸੁੱਖ ਨੇ ਉਹਨਾਂ ਨੂੰ ਛੱਡ ਦਿੰਦਾ ਹੈ। ਪਰਮ ਸੁੱਖ, ਜਿਹੜੇ ਜ਼ਿਆਦਾ ਵੱਡੇ ਸੁੱਖ ਨੇ, ਉਹ ਪ੍ਰਾਪਤ ਕਰ ਲੈਂਦਾ ਹੈ। ਉਹ ਕਿਹੜੇ ਨੇ? ਦੇਖੋ, ਜਦੋਂ ਮੈਂ ਕਿਸੇ ਨੂੰ ਨਿੰਦਾ ਕਰਦਾ, ਮੈਨੂੰ ਸੁੱਖ ਮਿਲਦਾ ਵੀ ਮੈਂ ਫਲਾਣੇ ਦੀ ਨਿੰਦਾ ਕੀਤੀ, ਖੁਸ਼ੀ ਮਿਲਦੀ ਹੈ। ਜਦੋਂ ਮੈਂ ਹੰਕਾਰ ਕਰਦਾ, ਕਿਸੇ ਨੂੰ ਨੀਵਾਂ ਦਿਖਾਣਾ, ਮੈਨੂੰ ਹੰਕਾਰ 'ਚ ਥੋੜਾ ਸੁੱਖ ਮਿਲਦਾ ਹੈ। ਪਰ ਜਿਹੜਾ ਹੰਕਾਰ ਵਾਲਾ ਸੁੱਖ ਹੈ ਨਾ, ਇਹ ਹੋਛਾ ਵੇ, ਇਹ ਠੀਕ ਨਹੀਂ ਹੈ ਕਿ ਮੈਂ ਕਿਸੇ ਨੂੰ ਨੀਵਾਂ ਦਿਖਾ ਕੇ ਖੁਸ਼ ਹੋਵਾਂ ਕਿ ਮੈਂ ਤੇ ਬਹੁਤ ਵੱਡਾ ਵਾਂ। ਮੈਂ ਕਿਸੇ ਦੀ ਨਿੰਦਾ ਕਰਕੇ ਆਪਣੇ ਆਪ ਨੂੰ ਵੱਡਾ ਸਾਬਤ ਕਰਾਂ, ਮੈਂ ਤੇ ਉਹਦੇ ਤੋਂ ਕਿਤੇ ਚੰਗਾ ਵਾਂ। ਮੈਂ ਕਿਸੇ ਨਾਲ ਈਰਖਾ ਕਰਾਂ ਤੇ ਕਿੰਨੀ ਕੁ ਖੁਸ਼ੀ ਪਾਵਾਂਗਾ। ਮੈਨੂੰ ਈਰਖਾ ਕਰਕੇ ਪਲ ਦੋ ਪਲ ਘੜੀ ਦੀ ਖੁਸ਼ੀ ਮਿਲਦੀ, ਛੋਟਾ ਜਿਹਾ ਸੁੱਖ ਮਿਲਦਾ ਹੈ। ਇਹ ਹੰਕਾਰ ਕਰਨਾ ਹੋਛਾ ਸੁੱਖ ਹੈ। ਕਿਸੇ ਨੂੰ ਨੀਵਾਂ ਦਿਖਾ ਕੇ, ਕਿਸੇ ਦੀ ਬੇਇੱਜ਼ਤੀ ਕਰਕੇ ਆਪ ਹੰਕਾਰ 'ਚ ਵੱਡਾ ਬਣਨਾ, ਇਹ ਹੋਛਾ ਸੁੱਖ ਹੈ। ਇਹ ਸੁੱਖ ਵਧੀਆ ਨਹੀਂ ਹੈ। ਕਿਸੇ ਦੀ ਨਿੰਦਿਆ ਕਰਕੇ ਆਪਣੇ ਆਪ ਨੂੰ ਪਲ ਦੋ ਪਲ ਲਈ ਵੱਡਾ ਸਾਬਤ ਕਰ ਲੈਣਾ, ਇਹ ਹੋਛਾ ਸੁੱਖ ਹੈ। ਇਹ ਸੁੱਖ ਸਹੀ ਨਹੀਂ ਹੈ। ਇਹ ਨਿੱਕਾ ਜਿਹਾ ਸੁੱਖ ਹੈ ਕਿ 2 ਘੜੀ ਦੇ ਲਈ ਮੈਂ ਆਪਣੇ ਆਪ ਨੂੰ ਵੱਡਾ ਸਾਬਤ ਕਰ ਲੈਣਾ ਦੂਸਰੇ ਦੀ ਨਿੰਦਾ ਕਰਕੇ। ਦੂਜੇ ਨਾਲ ਈਰਖਾ ਕਰਦਾ ਵਾਂ, ਈਰਖਾ ਕਰਨ ਦੇ ਵਿੱਚ, ਨਿੰਦਿਆ ਕਰਨ ਦੇ ਵਿੱਚ ਉਹਨੂੰ ਬੜਾ ਮਜ਼ਾ ਆਉਂਦਾ ਵੈ, ਪਰ ਇਹ ਹੋਛੇ ਸੁੱਖ ਨੇ। ਔਰ ਕਿੰਨੀ ਕੁ ਖੁਸ਼ੀ ਮਿਲੇਗੀ? ਪਲ ਭਰ ਦੀ ਮਿਲੇਗੀ। ਮੈਂ ਤੁਹਾਡੇ ਨਾਲ ਈਰਖਾ ਕਰਦਾ ਤੇ ਤੁਹਾਡਾ ਨੁਕਸਾਨ ਕਰਕੇ, ਤੁਹਾਡੇ ਨਾਲ ਜੈਲਸੀ ਕਰਕੇ ਮੈਂ ਕਿੰਨੀ ਕੁ ਖੁਸ਼ੀ ਲੈ ਲਵਾਂਗਾ? 1 ਮਿੰਟ, 2 ਮਿੰਟ ਦੀ, 5 ਮਿੰਟ ਦੀ। ਤੇ ਜਦੋਂ ਤੁਹਾਨੂੰ ਪਤਾ ਲੱਗੇਗਾ ਕਿ ਇਸ ਬੰਦੇ ਨੇ ਮੇਰਾ ਨੁਕਸਾਨ ਕੀਤਾ, ਮੇਰਾ ਭੰਡਾ ਫੋੜ ਹੋ ਜਾਏਗਾ, ਮੈਂ ਸਾਰੀ ਜ਼ਿੰਦਗੀ ਫਿਰ ਉਸ ਬੇਇੱਜ਼ਤੀ ਦਾ ਦੁੱਖ ਸਹਾਰਾਂਗਾ। ਇਹਦਾ ਮਤਲਬ ਇਹ ਅਲਪ ਸੁੱਖ ਨੇ, ਜਿਹੜੇ ਦੁੱਖ ਵਿੱਚ ਲੈ ਜਾਂਦੇ ਨੇ, ਜਿਹੜੇ ਨਿਰਾਸ਼ਾ ਵਿੱਚ ਲੈ ਜਾਂਦੇ ਨੇ। ਤੇ ਜੇ ਮੈਂ ਇਹਨਾਂ ਨੂੰ ਛੱਡ ਕੇ ਪਰਮ ਸੁੱਖ ਲੈ ਲਵਾਂ, ਮੈਂ ਤੁਹਾਨੂੰ ਪ੍ਰੇਮ ਕਰਾਂ, ਜਦੋਂ ਤੁਹਾਨੂੰ ਪ੍ਰੇਮ ਕਰਾਂ, ਤੁਹਾਨੂੰ ਵੀ ਖੁਸ਼ੀ ਮਿਲੇਗੀ, ਤੁਸੀਂ ਮੇਰੀ ਵੀ ਇੱਜ਼ਤ ਕਰੋਗੇ, ਮੈਨੂੰ ਵੀ ਖੁਸ਼ੀ ਮਿਲੇਗੀ, ਤੇ ਇਹ ਖੁਸ਼ੀ ਸਾਰੀ ਜ਼ਿੰਦਗੀ ਰਹੇਗੀ। ਜੇ ਮੈਂ ਪ੍ਰੇਮ ਕਰਦਾ ਵਾਂ ਸਾਰੀ ਜ਼ਿੰਦਗੀ, ਜੇ ਮੈਂ ਈਰਖਾ ਕਰਦਾ, ਪਲ ਦੋ ਪਲ ਦੀ ਖੁਸ਼ੀ ਹੈ, ਬਾਅਦ ਵਿੱਚ ਬੇਇੱਜ਼ਤੀ ਹੈ। ਨਿੰਦਿਆ ਕਰਦਾ ਹਾਂ, ਪਲ ਦੋ ਪਲ ਦੀ ਖੁਸ਼ੀ ਹੈ, ਬਾਅਦ ਵਿੱਚ ਮੇਰਾ ਜੀਵਨ ਨਿਘਾਰ ਵੱਲ ਜਾਂਦਾ ਹੈ। ਹੰਕਾਰ ਕਰਦਾ ਹਾਂ, ਪਲ ਦੋ ਪਲ ਦੀ ਖੁਸ਼ੀ ਹੈ, ਪਰ ਜੇ ਮੈਂ ਪ੍ਰੇਮ ਕਰਦਾ ਹਾਂ, ਇਹ ਸਦੀ ਦੀ ਖੁਸ਼ੀ ਹੈ। ਮੈਂ ਤੁਹਾਨੂੰ ਪ੍ਰੇਮ ਕਰਦਾ ਹਾਂ, ਤੁਸੀਂ ਮੈਨੂੰ ਪ੍ਰੇਮ ਦਿਓਗੇ ਬਦਲੇ ਵਿੱਚ, ਤੁਸੀਂ ਮੈਨੂੰ ਬਦਲੇ 'ਚ ਸ਼ਾਂਤੀ ਤੇ ਸੁੱਖ ਦਿਓਗੇ, ਤੁਸੀਂ ਬਦਲੇ 'ਚ ਮੈਨੂੰ ਆਦਰ ਸਤਿਕਾਰ ਦਿਓਗੇ। ਜੇ ਮੈਂ ਤੁਹਾਡੀ ਹੈਲਪ ਕਰਦਾ ਵਾਂ, ਤੁਹਾਡਾ ਕੋਈ ਕੰਮ ਸਵਾਰਦਾ ਵਾਂ, ਤੇ ਦੇਖੋ ਮੈਨੂੰ ਕਿੱਡੀ ਵੱਡੀ ਖੁਸ਼ੀ ਮਿਲੇਗੀ। ਤੇ ਜਦੋਂ ਤੁਹਾਡਾ ਕੰਮ ਸਵਾਰਦਾ ਵਾਂ, ਤੇ ਤੁਸੀਂ ਵੀ ਕਦੀ ਜ਼ਿੰਦਗੀ 'ਚ ਕਿਸੇ ਕੋਨੇ, ਕਿਸੇ ਸਮੇਂ ਮੇਰੀ ਤੁਸੀਂ ਹੈਲਪ ਕਰਦੇ ਹੋ, ਇਹ ਖੁਸ਼ੀ ਜ਼ਿੰਦਗੀ ਭਰ ਮੇਰੀ ਰਹੇਗੀ, ਕਿਉਂਕਿ ਮੈਂ ਗਲਤ ਕੰਮ ਨਹੀਂ ਕੀਤਾ। ਲੋਭ ਕਰਦਾ ਵਾਂ ਤੇ ਲੋਭ ਦੇ ਵਿੱਚੋਂ ਹੋਛਾ ਸੁੱਖ ਮਿਲਦਾ ਹੈ। ਸਬਰ ਸੰਤੋਖ ਮੈਨੂੰ ਪਰਮ ਸੁੱਖ ਦੇ ਦਿੰਦਾ ਹੈ। ਕੁਛ ਵੀ ਨਾ ਹੋਵੇ ਤੇ ਮੇਰੇ ਵਰਗੀ ਸ਼ਾਂਤੀ, ਸਹਿਜ, ਸੰਤੁਸ਼ਟੀ ਕਿਤੇ ਨਹੀਂ, ਮੇਰੇ ਵਰਗਾ ਰੱਜ ਕਿਤੇ ਨਹੀਂ। ਲੋਭ ਮੈਨੂੰ ਰੱਜ ਨਹੀਂ ਦਿੰਦਾ, ਉਹ ਮੰਗਤਾ ਬਣਾ ਦਿੰਦਾ ਹੈ। ਲਾਲਚ ਕਰਦਾ ਛੋਟਾ ਸੁੱਖ ਹੈ। ਮੰਗਤਾ ਕੌਣ ਹੈ? ਜਿਹਦੀ ਜੇ ਮੰਗ ਬਾਕੀ ਹੈ ਨਾ, ਉਹ ਮੰਗਤਾ ਹੀ ਹੈ ਕਿ ਫਲਾਣੀ ਚੀਜ਼ ਮਿਲੇ। ਜਿਹਦੀ ਜੇ ਭੁੱਖ ਬਾਕੀ ਨਾ, ਫਲਾਣੀ ਚੀਜ਼ ਮਿਲੇ, ਉਹ ਭਿਖਾਰੀ ਹੈ। ਮੰਗ ਤੋਂ ਮੰਗਤਾ ਬਣਦਾ ਹੈ, ਭੁੱਖ ਤੋਂ ਭਿਖਾਰੀ ਬਣਦਾ ਹੈ। ਕੋਈ ਰਾਜਾ ਮਹਿਲਾਂ ਚੋਂ ਬਾਹਰ ਨਿਕਲਿਆ, ਉਹਦੇ ਨਾਲ ਅਮੀਰ ਵਜ਼ੀਰ ਸਨ, ਐਲਕਾਰ ਦਰਬਾਰੀ ਸਨ। ਮਹਿਲਾਂ ਚੋਂ ਬਾਹਰ ਆ ਕੇ ਸੜਕ ਤੇ ਆਇਆ, ਸ਼ਾਹੀ ਮਾਰਗ ਤੇ ਆਇਆ, ਤੇ ਉਸ ਰਸਤੇ ਦੇ ਵਿੱਚ ਇੱਕ ਮੰਗਤਾ ਵੀ ਬੈਠਾ ਸੀ। ਰਾਜੇ ਨੇ ਉਸ ਮੰਗਤੇ ਵੱਲ ਦੇਖਿਆ, ਮੰਗਤੇ ਨੇ ਰਾਜੇ ਵੱਲ ਦੇਖਿਆ। ਮੰਗਤਾ ਸਵਾਗਤ ਲਈ ਖੜਾ ਨਹੀਂ ਹੋਇਆ। ਰਾਜੇ ਨੂੰ ਗੁੱਸਾ ਚੜ ਗਿਆ, ਇਹ ਭਿਖਾਰੀ, ਇਹ ਮੰਗਤਾ, ਇਹਦੀ ਇੰਨੀ ਜੁਰਤ, ਮੇਰੇ ਸਾਹਮਣੇ ਬੈਠਾ ਹੋਇਆ, ਸਵਾਗਤ ਨਹੀਂ ਕੀਤਾ ਨੇ ਖਲੋ ਕੇ ਮੇਰਾ, ਮੈਨੂੰ ਸਤਿਕਾਰ ਨਹੀਂ ਦਿੱਤਾ। ਉਹ ਰਾਜਾ ਗੁੱਸੇ ਦੇ ਵਿੱਚ ਉਸ ਮੰਗਤੇ ਦੇ ਕੋਲ ਗਿਆ, ਕਹਿਣ ਲੱਗਾ, ਉਹ ਮੰਗਤਿਆ, ਤੇਰੇ ਪੱਲੇ ਹੈ ਹੀ ਕੀ? ਤੇਰਾ ਫਰਜ਼ ਨਹੀਂ ਸੀ ਬਣਦਾ ਕਿ ਉੱਠ ਕੇ ਮੇਰਾ ਸਵਾਗਤ ਕਰਦਾ, ਮੈਨੂੰ ਸਨਮਾਨ ਦੇ? ਤੇਰਾ ਫਰਜ਼ ਬਣਦਾ ਹੈ, ਤੂੰ ਮੰਗਤਾ, ਮੈਂ ਰਾਜਾ, ਤੇਰਾ ਫਰਜ਼ ਬਣਦਾ ਮੇਰਾ ਸਨਮਾਨ ਕਰ, ਮੈਨੂੰ ਇੱਜ਼ਤ ਦੇ, ਸਤਿਕਾਰ ਦੇ। ਉਹ ਮੰਗਤਾ ਹੱਸ ਪਿਆ, ਕਹਿਣ ਲੱਗਾ, ਰਾਜਨ, ਮੰਗਤਾ ਮੈਂ ਨਹੀਂ ਆ, ਮੰਗਤੇ ਤੇ ਤੁਸੀਂ ਹੋ। ਇੰਨੀ ਗੱਲ ਕਹੀ, ਰਾਜਾ ਗੁੱਸੇ 'ਚ ਆ ਗਿਆ, ਕ੍ਰੋਧ 'ਚ ਅੱਗ ਬਬੂਲਾ ਹੋ ਗਿਆ। ਮੈਂ ਮੰਗਤਾ, ਉਹ ਕਿਵੇਂ?
ਮੰਗਤਾ ਕਹਿਣ ਲੱਗਾ, ਰਾਜਨ ਗੁੱਸੇ 'ਚ ਨਾ ਆਓ, ਇਹ ਸੱਚ ਹੈ। ਦੇਖੋ ਮੈਂ ਤੁਹਾਡੇ ਤੋਂ ਕੁਝ ਨਹੀਂ ਮੰਗ ਰਿਹਾ, ਮੈਂ ਮੰਗਤਾ ਨਹੀਂ ਆ। ਤੁਸੀਂ ਮੇਰੇ ਤੋਂ ਮੰਗ ਰਹੇ ਹੋ ਮੈਨੂੰ ਸਤਿਕਾਰ ਦੇ, ਫਿਰ ਮੰਗਤੇ ਤਾਂ ਤੁਸੀਂ ਹੋਏ ਨਾ। ਮੰਗਤੇ ਤੁਹਾਡੀ, ਮੇਰੀ ਤੇ ਕੋਈ ਮੰਗ ਹੀ ਨਹੀਂ ਹੈ, ਮੈਂ ਤਾਂ ਆਰਾਮ ਨਾਲ ਬੈਠਾ ਹੋਇਆ। ਤੁਸੀਂ ਮੇਰੇ ਤੋਂ ਸਤਿਕਾਰ ਮੰਗ ਰਹੇ ਹੋ, ਮੈਨੂੰ ਸਤਿਕਾਰ ਦੇ, ਮੈਨੂੰ ਇੱਜ਼ਤ ਦੇ। ਤੇ ਜੇ ਤੁਸੀਂ ਮੇਰੇ ਤੋਂ ਕੁਝ ਮੰਗ ਰਹੇ ਹੋ, ਮੰਗਤੇ ਤੇ ਤੁਸੀਂ ਹੋਏ। ਤੁਹਾਡੀ ਮੰਗ ਬਾਕੀ, ਮੇਰੀ ਕੋਈ ਮੰਗ ਨਹੀਂ। ਤੁਹਾਡੀ ਭੁੱਖ ਬਾਕੀ, ਮੈਨੂੰ ਇੱਜ਼ਤ ਮਿਲੇ, ਤੇ ਭੁੱਖ ਤੋਂ ਭਿਖਾਰੀ ਬਣ ਜਾਂਦੇ, ਭਿਖਾਰੀ ਤੇ ਤੁਸੀਂ ਹੋਏ। ਮੇਰੀ ਕੋਈ ਭੁੱਖ ਨਹੀਂ ਕਿ ਮੈਨੂੰ ਆ ਕੇ ਕੋਈ ਇੱਜ਼ਤ ਦੇਵੇ। ਜਦੋਂ ਅਸੀਂ ਸਤਿਕਾਰ ਵੀ ਮੰਗਦੇ ਹਾਂ, ਅਸੀਂ ਮੰਗਤੇ ਹਾਂ। ਜੇ ਕੋਈ ਦੇਸ਼ ਦਾ ਬਾਦਸ਼ਾਹ ਤਖਤ ਤੇ ਬੈਠ ਕੇ ਕਿਸੇ ਦੂਜੇ ਦੇਸ਼ ਦੇ ਤੇਲ ਦੇ ਖੂਹਾਂ ਦੀ ਮੰਗ ਕਰਦਾ ਹੈ, ਉਹ ਅਜੇ ਵੀ ਮੰਗਤਾ ਹੈ। ਉਹਦੀ ਭੁੱਖ ਹੈ ਵੀ ਫਲਾਣਾ ਦੇਸ਼ ਮੇਰੇ ਕਬਜ਼ੇ 'ਚ ਆ ਜਾਏ, ਉਹ ਅਜੇ ਵੀ ਭਿਖਾਰੀ ਹੈ। ਤੇ ਜਿਹੜਾ ਕੋਈ ਝੌਂਪੜੀ 'ਚ ਬੈਠਾ ਹੋਇਆ, ਪੇਟ ਭੁੱਖਾ ਹੈ, ਕੱਪੜੇ ਫਟੇ ਨੇ, ਹੱਥ ਜੋੜ ਕੇ ਆਖਦਾ, ਮਾਲਕਾ ਘੱਟੋ ਘੱਟ ਜੀਵਨ ਦਿੱਤਾ ਹੀ ਰੱਜ ਗਿਆ, ਉਹ ਰਾਜਾ ਹੋ ਗਿਆ। ਰੱਜ ਤੋਂ ਰਾਜਾ ਬਣਿਆ। ਬਸਤਾ ਟੂਟੀ ਝੁੰਪੜੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਨ ਪਰਮਿੰਨਾ, ਮਿੱਤਰ ਨਾ ਇਠ ਧਨ ਰੂਪਹੀਣ, ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸਿਸ਼ਟ ਕਾ, ਹਰ ਨਾਮ ਮਨ ਪਿੰਨਾ। ਉਹ ਤੇ ਸਿਸ਼ਟ ਦਾ ਰਾਜਾ ਹੈ ਨਾ, ਜਿਹੜਾ ਰੱਜ ਗਿਆ ਉਹ ਰਾਜਾ ਹੋ ਗਿਆ। ਹੁਣ ਲੋਭ ਜਿਹੜਾ ਹੋਛਾ ਸੁੱਖ ਹੈ, ਪਰ ਸਬਰ ਸੰਤੋਖ ਮੈਨੂੰ ਰਜਾ ਦਿੰਦਾ ਹੈ, ਰਾਜਾ ਬਣਾ ਦਿੰਦਾ ਹੈ, ਇਹ ਪਰਮ ਸੁੱਖ ਹੈ। ਮਤਲਬ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਸ਼ਿਆਂ ਦੇ ਵਿੱਚੋਂ, ਨਿੰਦਿਆ ਵਿੱਚੋਂ, ਚੁਗਲੀ ਦੇ ਵਿੱਚੋਂ, ਹੰਕਾਰ ਵਿੱਚੋਂ, ਜੈਲਸੀ ਦੇ ਵਿੱਚੋਂ ਅਸੀਂ ਬੜੇ ਛੋਟੇ ਸੁੱਖ ਲੈਂਦੇ ਆ। ਇਹ ਹੋਛੇ ਸੁੱਖ ਨੇ। ਧਰਮੀ ਕੀ ਕਰਦਾ ਹੈ? ਅਲਪ ਸੁਖ ਛਾੜ ਪਰਮ ਸੁਖ ਪਾਵਾ। ਉਹ ਪਰਮ ਸੁਖ ਲੈ ਲੈਂਦਾ ਹੈ, ਪ੍ਰੇਮ ਦਾ ਸੁਖ ਹਾਸਲ ਕਰ ਲੈਂਦਾ ਹੈ, ਉਹ ਦਇਆ ਦਾ ਆਨੰਦ ਹਾਸਲ ਕਰ ਲੈਂਦਾ ਹੈ, ਉਹ ਨਿਰਭੈਤਾ ਨਿਰਵੈਰਤਾ ਦਾ ਆਨੰਦ ਹਾਸਲ ਕਰ ਲੈਂਦਾ ਹੈ, ਉਹ ਸਬਰ ਸੰਤੋਖ ਦਾ ਆਨੰਦ ਹਾਸਲ ਕਰ ਲੈਂਦਾ ਹੈ। ਫਿਰ ਉਹ ਆਨੰਦ ਮਾਣਦਾ ਹੈ, ਰੱਬੀ ਗੁਣਾ ਦਾ ਆਨੰਦ ਮਾਣਦਾ ਹੈ। ਉਹ ਇਹ ਪਰਮ ਸੁੱਖ ਹੈ ਰੱਬੀ ਗੁਣਾ ਦਾ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸੱਚੇ ਗੁਰੂ ਤੋਂ ਗਿਆਨ ਲਿਆ, ਮੇਰੀ ਜ਼ਿੰਦਗੀ ਚੋਂ ਗੁਣ ਪ੍ਰਗਟ ਹੋ ਗਿਆ, ਆਨੰਦ ਆ ਗਿਆ। ਇਹ ਪਰਮ ਸੁੱਖ ਪ੍ਰਾਪਤ ਹੋ ਗਿਆ ਰੱਬੀ ਗੁਣਾ ਦੇ ਵਿੱਚੋਂ। ਜਦੋਂ ਸੋਚ ਪੋਜ਼ਿਟਿਵ ਹੋਏਗੀ, ਜਦੋਂ ਸਾਡੀ ਮਾਨਸਿਕਤਾ ਸਕਾਰਾਤਮਕ ਹੋਏਗੀ, ਸਾਡੇ ਮਨ ਵਿੱਚ ਸ਼ੁਭ ਗੁਣ ਪੈਦਾ ਹੋਣਗੇ, ਸਾਡੇ ਅੰਦਰ ਖੁਸ਼ੀਆਂ ਤੇ ਆਨੰਦ ਖੇੜਾ ਆ ਜਾਏਗਾ, ਪਰਮ ਸੁੱਖ ਹੋ ਜਾਏਗਾ। ਤਬ ਉਹ ਤ੍ਰੀ ਉਹ ਕੰਤ ਕਹਾਵਾ, ਤ੍ਰੀ ਮੈਨੇ ਇਸਤਰੀ, ਕੰਤ ਮੈਨੇ ਪਤੀ। ਉਦੋਂ ਅਸਲ ਦੇ ਵਿੱਚ ਇਹ ਜਿਹੜਾ ਜੀਵ ਹੈ ਉਸ ਪ੍ਰਭੂ ਦਾ ਦਾਸ ਕਹਾਏਗਾ, ਉਹ ਪ੍ਰਭੂ ਇਹਦਾ ਮਾਲਕ ਕਹਾਏਗਾ। ਭਾਵ ਜੀਵ ਇਸਤਰੀ ਜਿਹੜੀ ਹੈ ਉਹ ਝੁਕ ਜਾਏਗੀ ਮਾਲਕ ਦੇ ਅੱਗੇ। ਮਾਲਕ ਖਸਮ ਜਿਹੜਾ ਹੈ ਉਹ ਮਾਲਕ ਜਿਹੜਾ ਵੈ ਫਿਰ ਇਹਦੀ ਹਰ ਤਰ੍ਹਾਂ ਦੀ ਲੋੜ ਪੂਰੀ ਕਰੇਗਾ, ਜਾਂ ਕਹਿ ਲਓ ਮਾਲਕ ਜਿਹੜਾ ਹੈ ਉਹ ਹਰ ਤਰ੍ਹਾਂ ਦੀ ਇਹਦੀ ਸਹਾਇਤਾ ਕਰੇਗਾ, ਇਹਦੇ ਨਾਲ ਰਹੇਗਾ। ਮੰਨ ਲਓ ਜਿਵੇਂ ਪਤੀ ਆਪਣੀ ਪਤਨੀ ਦੀਆਂ ਲੋੜਾਂ ਪੂਰੀਆਂ ਕਰਦਾ ਹੈ, ਪਤਨੀ ਦੀ ਇੱਜ਼ਤ ਦੀ ਰਾਖੀ ਕਰਦਾ ਹੈ, ਪਤਨੀ ਲਈ ਸਭ ਕੁਝ ਕਰਦਾ ਹੈ, ਰੱਬ ਵੀ ਇਸੇ ਤਰ੍ਹਾਂ ਮਾਲਕ ਬਣ ਕੇ ਆਪਣੇ ਪਿਆਰੇ ਭਗਤ ਦੀ ਹਰ ਲੋੜ ਪੂਰੀ ਕਰਦਾ ਹੈ, ਰੱਖਿਆ ਕਰਦਾ ਹੈ, ਵਿਕਾਰਾਂ ਤੋਂ ਬਚਾ ਕੇ ਰੱਖਦਾ ਹੈ। ਇਹਨੂੰ ਆਪਣੇ ਜੀਵਨ 'ਚ ਦੇਖੋ ਅਪਣਾ ਕੇ। ਜਿਵੇਂ ਮੰਨ ਲਓ ਕੋਈ ਪਤੀ ਪਤਨੀ ਸ਼ੁਭ ਗੁਣਾਂ ਦੇ ਧਾਰਨੀ ਨੇ, ਜਿਨ੍ਹਾਂ ਦੋਵਾਂ ਨੇ ਆਪਣੇ ਮਨ ਦੀ ਆਪਣੀ ਸੋਚ ਨੂੰ ਸਵਾਰਿਆ ਹੋਇਆ ਹੈ, ਇੱਕ ਦੂਜੇ ਨੂੰ ਸੱਚਾ ਪਿਆਰ ਕਰਦੇ ਨੇ, ਫਿਰ ਹੀ ਉਹ ਅਸਲ ਪਤੀ ਪਤਨੀ ਨੇ ਨਾ। ਉਹਨਾਂ ਦੇ ਅੰਦਰ ਖੁਸ਼ੀ ਵੀ ਹੋਏਗੀ ਜ਼ਿੰਦਗੀ ਵਿੱਚ। ਪਰ ਜਿੱਥੇ ਸ਼ੱਕ ਹੋਏਗਾ ਉੱਥੇ ਫਿਰ ਸੱਚੇ ਪਤੀ ਪਤਨੀ ਨਹੀਂ। ਜਿੱਥੇ ਛੋਟਾ ਮੋਟਾ ਵੀ ਝੂਠ ਹੈ ਉੱਥੇ ਪਤੀ ਪਤਨੀ ਦਾ ਰਿਸ਼ਤਾ ਕਰਪਟ ਹੈ। ਜਿੱਥੇ ਥੋੜੀ ਜਿਹੀ ਵੀ ਆਚਰਣਹੀਨਤਾ ਹੈ, ਜਿੱਥੇ ਥੋੜਾ ਜਿਹਾ ਵੀ ਆਚਰਨ ਗਿਰਿਆ ਹੋਇਆ ਹੈ, ਉੱਥੇ ਪਤੀ ਪਤਨੀ ਨਹੀਂ, ਉੱਥੇ ਕਲੇਸ਼ ਰਹੇਗਾ, ਝਗੜੇ ਰਹਿਣਗੇ। ਤੇ ਜਿੱਥੇ ਦਇਆ ਹੈ, ਪ੍ਰੇਮ ਹੈ, ਜਿੱਥੇ ਸ਼ੁਭ ਗੁਣ ਨੇ, ਉੱਥੇ ਪਤੀ ਪਤਨੀ ਦੇ ਵਿਚਕਾਰ ਪ੍ਰੇਮ ਬਣਿਆ ਰਹੇਗਾ, ਪਤੀ ਪਤਨੀ ਦਾ ਰਿਸ਼ਤਾ ਅਸਲ ਰਹੇਗਾ। ਇਸੇ ਤਰ੍ਹਾਂ ਰੱਬ ਤੇ ਸਾਡੇ ਵਿਚਕਾਰ ਜੇ ਸਾਡੇ ਅੰਦਰ ਸ਼ੱਕ ਹੈ, ਭਰਮ ਹੈ, ਨਿੰਦਾ ਹੈ, ਕ੍ਰੋਧ ਹੈ, ਸਾਡਾ ਪ੍ਰਭੂ ਨਾਲ ਪ੍ਰੇਮ ਨਹੀਂ ਰਹੇਗਾ। ਪਰ ਜਦੋਂ ਸਾਡੀ ਜ਼ਿੰਦਗੀ ਵਿੱਚ ਵੀ ਪ੍ਰੇਮ ਹੈ, ਇਮਾਨਦਾਰੀ ਹੈ, ਸਬਰ ਹੈ, ਸਾਡੇ ਅੰਦਰ ਸੱਚਾਈ ਹੈ, ਸਾਡਾ ਪ੍ਰਭੂ ਨਾਲ ਪ੍ਰੇਮ ਬਣਿਆ ਰਹੇਗਾ, ਜਿਵੇਂ ਪਤੀ ਤੇ ਪਤਨੀ ਦਾ ਪ੍ਰੇਮ ਆਪਸ ਵਿੱਚ ਬਣ ਜਾਂਦਾ ਹੈ। ਫਿਰ ਉਹ ਜੀਵ ਜਿਹੜਾ ਰੱਬ 'ਚ ਮਿਲਿਆ ਹੋਇਆ ਰੱਬ ਦਾ ਰੂਪ ਹੋ ਜਾਏਗਾ। ਇਹ ਚੀਜ਼ਾਂ ਸਾਡੇ ਪਰਿਵਾਰਾਂ ਨੂੰ ਵੀ ਸਵਾਰਨਗੀਆਂ, ਸਾਡੀ ਸੋਸ਼ਲ ਲਾਈਫ ਨੂੰ ਵੀ ਸਵਾਰਨਗੀਆਂ। ਜਦੋਂ ਇਹ ਗੁਣ ਸਾਡੀ ਜ਼ਿੰਦਗੀ 'ਚ ਆ ਜਾਣਗੇ, ਕੇਵਲ ਰੱਬ ਹੀ ਨਹੀਂ ਮਿਲੇਗਾ, ਸਾਡਾ ਜੀਵਨ ਵੀ ਸੁਖੀ ਤੇ ਸ਼ਾਂਤ ਹੋ ਜਾਏਗਾ, ਸਾਡਾ ਪਰਿਵਾਰ ਵੀ ਸੁਖੀ ਸ਼ਾਂਤ ਹੋ ਜਾਏਗਾ, ਸਾਡੀ ਸਮਾਜਿਕ ਜ਼ਿੰਦਗੀ ਵੀ ਸੁਖੀ ਤੇ ਸ਼ਾਂਤ ਹੋਏਗੀ। ਇਹ ਹੈ ਅਸਲੀ ਰੱਬ ਦਾ ਪਿਆਰ, ਤੇ ਰੱਬ ਉਹਦਾ ਪਿਆਰਾ ਹੋ ਜਾਂਦਾ। ਫਿਰ ਅਸਲੀ ਉਹ ਠਾਕੁਰ ਤੇ ਦਾਸ ਹੋ ਜਾਂਦੇ ਨੇ। ਜਦੋਂ ਬੰਦਾ ਆਪਣੀ ਸੇਜਾ, ਆਪਣੀ ਹਿਰਦੇ, ਆਪਣੀ ਸੋਚ ਨੂੰ ਸਵਾਰ ਲੈਂਦਾ ਹੈ, ਉਦੋਂ ਪ੍ਰਭੂ ਉਹਦੇ ਅੰਦਰ ਵਸਦਾ ਹੈ ਤੇ ਉਹ ਪਰਮ ਸੁਖ ਪਾ ਲੈਂਦਾ ਹੈ। ਹਾ ਹਾ ਹੋਤ ਹੋਏ ਨਹੀਂ ਜਾਣਾ,
ਹੁਣ ਹਾਹੇ ਅੱਖਰ ਦੇ ਰਾਹੀਂ ਭਗਤ ਕਬੀਰ ਜੀ ਉਪਦੇਸ਼ ਕਰ ਰਹੇ ਹਨ। ਹੋਤ, ਹੋਤ ਮੈਨੇ ਹੁੰਦਾ ਹੋਇਆ, ਹੋਏ, ਹੋਏ ਮੈਨੇ ਹੋ ਕੇ, ਜਨਮ ਲੈ ਕੇ, ਪੈਦਾ ਹੋ ਕੇ, ਨਹੀਂ ਜਾਣਾ ਜਿਹਨੇ ਜਾਣਿਆ ਨਹੀਂ, ਸਮਝਿਆ ਨਹੀਂ। ਭਾਵ ਜਿਹਨੇ ਜਨਮ ਹਾਸਲ ਕਰਕੇ ਰੱਬ ਨੂੰ ਕੋਲ ਹੁੰਦੇ ਹੋਏ ਵੀ ਜਾਣਿਆ ਨਹੀਂ। ਹਾ ਹੋਤ, ਹੋਏ, ਨਹੀਂ ਜਾਣਾ, ਹਾਹੇ ਅੱਖਰ ਦੇ ਰਾਹੀਂ ਉਪਦੇਸ਼ ਕਰ ਰਹੇ ਨੇ। ਰੱਬ ਦੇ ਕੋਲ ਹੁੰਦਿਆਂ ਹੋਇਆਂ ਵੀ, ਜਨਮ ਲੈ ਕੇ ਇਸ ਪ੍ਰਭੂ ਨੇ, ਇਸ ਜੀਵ ਨੇ ਪ੍ਰਭੂ ਨੂੰ ਪਛਾਣਿਆ ਨਹੀਂ। ਜਨਮ ਵੀ ਲਿਆ, ਰੱਬ ਵੀ ਹੈ ਤੇ ਰੱਬ ਸਾਡੇ ਨਾਲ ਵੀ ਹੈ, ਤੇ ਬੰਦਾ ਫਿਰ ਵੀ ਨਹੀਂ ਜਾਣਦਾ। ਦੇਖੋ ਛੋਟੀ ਜਿਹੀ ਚੀਜ਼ ਸਮਝਣ ਵਾਲੀ ਹੈ। ਸਾਡੇ ਅੰਦਰ ਸੱਚ ਹੈ, ਸੱਚ ਤਾਂ ਹੈ ਨਾ ਸਾਡੇ ਅੰਦਰ, ਦਇਆ ਤੇ ਹੈ ਸਾਡੇ ਅੰਦਰ, ਸੱਚ ਹੈ ਸਾਡੇ ਅੰਦਰ, ਪਰ ਅਸੀਂ ਸੱਚ ਬੋਲ ਨਹੀਂ ਰਹੇ ਹਾਂ। ਇਹਦਾ ਮਤਲਬ ਉਹਦੇ ਹੁੰਦਿਆਂ ਹੋਇਆਂ ਵੀ ਅਸੀਂ ਨੂੰ ਜਾਣਿਆ ਨਹੀਂ ਹੈ। ਮੇਰੇ ਅੰਦਰ ਸੱਚ ਹੈ, ਪਰ ਜੇ ਮੈਂ ਸੱਚ ਨਹੀਂ ਬੋਲ ਰਿਹਾ, ਮੈਂ ਝੂਠ ਬੋਲ ਰਿਹਾ ਹਾਂ। ਮੈਨੂੰ ਸੱਚ ਦਾ ਪਤਾ ਹੈ ਸੱਚ ਕੀ ਹੈ, ਮੈਂ ਫਿਰ ਵੀ ਝੂਠ ਬੋਲ ਰਿਹਾ, ਸੱਚ ਨਹੀਂ ਬੋਲ ਰਿਹਾ। ਸੱਚ ਨੂੰ ਜਾਣਦਿਆਂ ਹੋਇਆਂ ਵੀ ਮੈਂ ਸੱਚ ਨਹੀਂ ਬੋਲ ਰਿਹਾ। ਇਹਨੂੰ ਕਹਿੰਦੇ ਨੇ ਹੋਤ ਹੋਏ ਨਹੀਂ ਜਾਣਾ। ਰੱਬ ਦੇ ਹੁੰਦਿਆਂ ਹੋਇਆਂ ਵੀ ਜੀਵਨ ਲੈ ਕੇ ਉਸ ਰੱਬ ਨੂੰ ਜਾਣਿਆ ਨਹੀਂ। ਰੱਬ ਤੁਹਾਡੇ ਅੰਦਰ ਵੀ ਹੈ, ਮੇਰੇ ਅੰਦਰ ਵੀ ਹੈ, ਸਭ ਦੇ ਅੰਦਰ ਹੈ। ਕਹਿ ਤੇ ਰਿਹਾ ਵਾਂ ਮੈਂ, ਸਭ ਮੈਂ ਜੋਤ, ਜੋਤ ਹੈ ਸੋਏ। ਤੁਸੀਂ ਵੀ ਕਹਿ ਰਹੇ ਹੋ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹਰ ਬੰਦਾ ਕਹਿ ਰਿਹਾ ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਿਉ ਪੁਕਾਰ, ਸੰਤਨ ਕਿਉ ਪੁਕਾਰ। ਪਰ ਅਸੀਂ ਰੱਬ ਵਰਗਾ ਵਿਹਾਰ ਨਹੀਂ ਕਰ ਰਹੇ ਹਾਂ। ਇਹਨੂੰ ਕਹਿੰਦੇ ਨੇ ਹਾ ਹੋਤ ਹੋਏ ਨਹੀਂ ਜਾਣਾ। ਜਨਮ ਲੈ ਕੇ ਰੱਬ ਦੇ ਕੋਲ ਹੁੰਦਿਆਂ ਹੋਇਆਂ ਵੀ ਅਸੀਂ ਉਹਨੂੰ ਜਾਣਦੇ ਨਹੀਂ ਹਾਂ। ਉਹ ਮਨੁੱਖ ਰੱਬ ਦੇ ਕੋਲ ਹੁੰਦਿਆਂ ਹੋਇਆਂ ਵੀ ਰੱਬ ਨਾਲ ਸਾਂਝ ਨਹੀਂ ਪਾਉਂਦਾ ਹੈ। ਹਾ ਹੋਤ ਹੋਏ ਨਹੀਂ ਜਾਣਾ। ਜਬ ਹੀ ਹੋਏ ਤਬੈ ਮਨ ਮਾਨਾ। ਜਬ ਹੀ ਮੈਨੇ, ਜਦੋਂ ਹੀ ਹੋਏ, ਮੈਨੇ ਨੂੰ ਵਿਸ਼ਵਾਸ ਹੋ ਜਾਏ ਵੀ ਹਾਂ ਮੇਰੇ ਨਾਲ ਹੀ ਹੈ, ਤਬੈ ਮੈਨੇ ਉਦੋਂ ਹੀ ਮਨ ਮਾਨਾ, ਮੈਨੇ ਮਨ ਪਤੀਤ ਜਾਂਦਾ ਹੈ, ਮਨ ਮੰਨ ਜਾਂਦਾ ਹੈ, ਵਿਸ਼ਵਾਸ ਹੋ ਜਾਂਦਾ ਹੈ। ਜਬ ਹੀ ਹੋਏ ਤਬੈ ਮਨ ਮਾਨਾ, ਜਦੋਂ ਇਹਨੂੰ ਵਿਸ਼ਵਾਸ ਹੋ ਜਾਏ ਕਿ ਪ੍ਰਭੂ ਤੇ ਮੇਰੇ ਨਾਲ ਹੈ, ਉਦੋਂ ਇਹਦਾ ਮਨ ਪਤੀਤ ਜਾਂਦਾ ਹੈ। ਫਿਰ ਉਸ ਪ੍ਰਭੂ ਦੀ ਹੋਂਦ ਨੂੰ ਅਨੁਭਵ ਕਰ ਲੈਂਦਾ ਹੈ। ਜਦੋਂ ਉਹਨੂੰ ਸਮਝ ਆ ਜਾਂਦੀ ਇਹ ਸੱਚ ਹੈ ਤੇ ਮੇਰੇ ਅੰਦਰ ਹੈ, ਇਹ ਗੱਲ ਸੱਚੀ ਹੈ, ਉਸ ਸੱਚ ਤੇ ਉਹ ਵਿਸ਼ਵਾਸ ਕਰ ਲਵੇ, ਫਿਰ ਸੱਚ ਬੋਲਣਾ ਸ਼ੁਰੂ ਕਰ ਦੇਵੇ, ਫਿਰ ਉਹਦਾ ਮਨ ਪਤੀਤ ਜਾਂਦਾ ਹੈ ਕਿ ਵਾਸਤਵ ਵਿੱਚ ਵੀ ਸੱਚਮੁੱਚ ਹੀ ਸੱਚ ਬੋਲਣ ਦੇ ਨਾਲ ਤੇ ਖੁਸ਼ੀ ਮਿਲਦੀ ਹੈ। ਉਹਨੂੰ ਯਕੀਨ ਆ ਜਾਂਦਾ, ਵਿਸ਼ਵਾਸ ਹੋ ਜਾਂਦਾ ਹੈ। ਉਹਨੂੰ ਪਤਾ ਹੈ ਮੇਰੇ ਅੰਦਰ ਪ੍ਰੇਮ ਹੈ, ਤੇ ਪ੍ਰੇਮ ਨੂੰ ਸਮਝ ਵੀ ਲੈਂਦਾ ਹੈ ਤੇ ਪ੍ਰੇਮ ਨੂੰ ਵਰਤਣ ਵੀ ਲੱਗ ਜਾਂਦਾ ਹੈ। ਜਦੋਂ ਦੂਜੇ ਨਾਲ ਪ੍ਰੇਮ ਕਰਦਾ ਹੈ ਉਦੋਂ ਉਹਨੂੰ ਖੁਸ਼ੀ ਮਿਲਦੀ ਹੈ। ਜਿਹਨੂੰ ਪ੍ਰੇਮ ਕਰਦਾ ਹੈ ਉਹਨੂੰ ਵੀ ਖੁਸ਼ੀ ਮਿਲਦੀ ਹੈ। ਉਦੋਂ ਇਹਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਸੱਚਮੁੱਚ ਪ੍ਰੇਮ ਹੈ ਤੇ ਇਹ ਮੈਨੂੰ ਜੀਵਨ ਵਿੱਚ ਆਨੰਦ ਦੇਣ ਵਾਲਾ ਹੈ। ਜਦੋਂ ਕੋਈ ਉਸ ਰੱਬ ਨੂੰ ਆਪਣੇ ਗੁਣਾਂ ਦੇ ਵਿੱਚ, ਜੀਵਨ ਦੇ ਵਿੱਚ ਵਰਤਦਾ ਹੈ, ਰੱਬੀ ਗੁਣਾਂ ਨੂੰ ਵਰਤ ਕੇ, ਫਿਰ ਉਹ ਵਿਸ਼ਵਾਸ ਹੋ ਜਾਂਦਾ ਹੈ ਉਹਨੂੰ, ਉਹਦਾ ਮਨ ਪਤੀਤ ਜਾਂਦਾ ਹੈ। ਜਦੋਂ ਪ੍ਰਭੂ ਹਸਤੀ ਦੇ ਵਿੱਚ ਮਨ ਦਾ ਨਿਸ਼ਚਾ ਪੈਦਾ ਹੋ ਜਾਂਦਾ ਹੈ ਕਿ ਰੱਬ ਹੈ ਔਰ ਮੇਰੇ ਨਾਲ ਹੀ ਹੈ। ਜਬ ਹੀ ਹੋਏ ਤਬੈ ਮਨ ਮਾਨਾ, ਜਦੋਂ ਹੀ ਉਹਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਰੱਬ ਮੇਰੇ ਨਾਲ ਹੈ, ਉਦੋਂ ਮਨ ਮੰਨ ਜਾਂਦਾ ਹੈ, ਸਾਡਾ ਨਿਸ਼ਚਾ ਹੋ ਜਾਂਦਾ ਹੈ ਕਿ ਸੱਚ ਤੇ ਮੇਰੇ ਨਾਲ ਹੈ, ਦਇਆ ਤੇ ਮੇਰੇ ਨਾਲ ਹੈ, ਪ੍ਰੇਮ ਤੇ ਮੇਰੇ ਨਾਲ ਹੈ, ਰੱਬ ਤੇ ਮੇਰੇ ਨਾਲ ਹੀ ਹੈ, ਨਿਰਵੈਰ ਤੇ ਮੇਰੇ ਨਾਲ ਹੈ, ਨਿਰਭਉ ਤੇ ਮੇਰੇ ਨਾਲ ਹੈ, ਦਇਆ ਤੇ ਮੇਰੇ ਨਾਲ ਹੈ। ਜਦੋਂ ਇਸ ਗੱਲ ਤੇ ਯਕੀਨ ਹੋ ਜਾਂਦਾ ਵੀ ਰੱਬ ਤੇ ਮੇਰੇ ਨਾਲ ਹੀ ਹੈ, ਉਦੋਂ ਮਨ ਪਤੀਤ ਜਾਂਦਾ ਹੈ, ਉਹਦੇ ਅੰਦਰ ਵਿਸ਼ਵਾਸ ਹੋ ਜਾਂਦਾ ਹੈ ਰੱਬ ਦੇ ਪ੍ਰਤੀ, ਰੱਬ ਦੀ ਹੋਂਦ ਦੇ ਉੱਪਰ ਉਹਨੂੰ ਯਕੀਨ ਹੋ ਜਾਂਦੀ ਹੈ ਕਿ ਰੱਬ ਸੱਚਮੁੱਚ ਹੈ। ਜਦੋਂ ਮੈਂ ਰੱਬ ਨਾਲ ਸਾਂਝ ਪਾਉਂਦਾ ਹਾਂ ਉਦੋਂ ਮੈਂ ਸੁਖੀ ਤੇ ਆਨੰਦਿਤ ਹੋ ਜਾਂਦਾ। ਜਦੋਂ ਮੈਂ ਸੱਚ ਨਾਲ ਸਾਂਝ ਪਾਉਂਦਾ ਹਾਂ ਮੈਨੂੰ ਖੁਸ਼ੀ ਮਿਲਦੀ ਹੈ। ਜਦੋਂ ਪ੍ਰੇਮ ਨਾਲ ਸਾਂਝ ਪਾਉਂਦਾ ਹੈ ਮੈਂ ਆਨੰਦਿਤ ਹੋ ਉੱਠਦਾ ਹਾਂ। ਫਿਰ ਉਹ ਰੱਬ ਦੀ ਹੋਂਦ ਤੇ ਯਕੀਨ ਹੋ ਜਾਂਦਾ ਹੈ। ਕਿਵੇਂ ਹੁੰਦਾ ਹੈ ਤੋ ਸਹੀ ਲਖੈ ਜੋ ਕੋਈ। ਸਹੀ ਮੈਨੇ ਸੱਚਮੁੱਚ, ਜ਼ਰੂਰ, ਤੋ ਮੈਨੇ ਤਾਂ, ਹੈ ਤੋ ਸਹੀ, ਸੱਚਮੁੱਚ ਹੈ ਉਹ, ਹੈ ਤੇ ਜ਼ਰੂਰ, ਹੈ ਤੇ ਬਿਲਕੁਲ ਉਹ ਪ੍ਰਭੂ। ਜੋ ਮੈਨੇ ਜੇਕਰ, ਲਖੈ ਮੈਨੇ ਵੇਖੇ, ਕੋਈ ਮੈਨੇ ਕੋਈ ਮਨੁੱਖ, ਲਖੈ ਜੋ ਕੋਈ, ਹੈ ਤੋ ਸਹੀ, ਹੈ ਤੇ ਰੱਬ ਸੱਚਮੁੱਚ, ਰੱਬ ਜ਼ਰੂਰ ਹੈ, ਪਰ ਲਖੈ ਜੋ ਕੋਈ, ਜੇ ਕੋਈ ਰੱਬ ਨੂੰ ਵੇਖ ਲਏ ਤਾਂ ਹੈ। ਜੇ ਉਹਨੂੰ ਕੋਈ ਵੇਖੇ, ਕੋਈ ਉਹਨੂੰ ਜਾਣ ਲਵੇ, ਰੱਬ ਨੂੰ, ਕੋਈ ਉਸ ਰੱਬ ਨੂੰ ਸਮਝ ਲਵੇ, ਕੋਈ ਉਸ ਰੱਬ ਨੂੰ ਵਰਤ ਲਵੇ ਆਪਣੀ ਜ਼ਿੰਦਗੀ ਵਿੱਚ, ਤਾਂ ਹੈ।
ਪਰ ਜੇ ਵੇਖੇ ਹੀ ਨਾ ਕੋਈ ਰੱਬ ਨੂੰ, ਦੇਖੋ ਰੱਬ ਤੇ ਸਾਡੇ ਸਾਰਿਆਂ ਵਿੱਚ ਹੈ ਨਾ, ਸਭ ਮੈਂ ਜੋਤ, ਜੋਤ ਹੈ ਸੋਏ। ਪਰ ਜੇ ਅਸੀਂ ਇੱਕ ਦੂਜੇ ਨਾਲ ਰੱਬ ਵਰਗਾ ਵਿਹਾਰ ਨਾ ਕਰੀਏ ਫਿਰ ਤੇ ਨਹੀਂ ਹੈ ਨਾ ਰੱਬ। ਪਰ ਜੇ ਅਸੀਂ ਇੱਕ ਦੂਜੇ ਨਾਲ ਰੱਬ ਵਰਗਾ ਵਿਹਾਰ ਕਰੀਏ, ਦੇਖ ਲਈਏ, ਫਿਰ ਹੈ ਤਾਂ ਸਹੀ ਲਖੈ ਜੋ ਕੋਈ। ਪਹਿਲੀ ਗੱਲ ਵੀ ਇਹ ਸਾਰਾ ਜਿਸ ਦਾ ਸੰਸਾਰ ਰੱਬ ਦਾ ਰੂਪ ਹੈ, ਜੋ ਦਿਸੈ ਸੋ ਤੇਰਾ ਰੂਪ। ਪ੍ਰਭੂ ਆਪਣੀ ਕੁਦਰਤ ਚ ਸਮਾਇਆ ਹੋਇਆ ਹੈ। ਇੱਕ ਓੰਕਾਰ, ਰੱਬ ਇੱਕ ਤੇ ਸਾਰਿਆਂ ਵਿੱਚ ਹੈ। ਸਾਡਾ ਬੇਸਿਕ ਸਿਧਾਂਤ ਹੈ ਇਹ ਇੱਕ ਰੱਬ ਦਾ ਹੀ ਪਸਾਰਾ ਹੈ। ਨਿਰਗੁਣ ਆਪ, ਸਰਗੁਣ ਵੀ ਉਹੀ। ਸਰਗੁਣ, ਨਿਰਗੁਣ, ਨਿਰੰਕਾਰ ਉਹ ਆਪ ਹੀ ਹੈ। ਇਸ ਗੱਲ ਨੂੰ ਸਮਝ ਲਵੇ ਕਿ ਸਾਰਿਆਂ ਵਿੱਚ ਹੈ, ਅਮਲ ਵਿੱਚ ਲੈ ਆਵੇ, ਵੇਖਣ ਦਾ ਯਤਨ ਕਰੇ। ਤੇ ਇਸ ਤੋਂ ਅੱਗੇ ਦੂਜੀ ਗੱਲ, ਆਪਣੇ ਆਪ ਨਾਲ ਪਰਸਨਲ ਕਰਕੇ ਦੇਖੋ। ਸੱਚ ਸਾਡੇ ਸਾਰਿਆਂ ਦੇ ਅੰਦਰ ਹੈ, ਪਰ ਤਾਂ ਹੀ ਦੱਸੇਗਾ ਨਾ ਜੇ ਅਸੀਂ ਇਹਨੂੰ ਵੇਖਾਂਗੇ, ਜੇ ਸੱਚ ਬੋਲਾਂਗੇ। ਪਰ ਜੇ ਕੋਈ ਸੱਚ ਨੂੰ ਵੇਖੇ ਤਾਂ ਹੀ ਹੈ ਨਾ ਅੰਦਰ, ਜਾਂ ਸੱਚ ਨੂੰ ਬੋਲੇ ਤਾਂ ਹੀ ਹੈ ਨਾ। ਪ੍ਰੇਮ ਤੇ ਸਾਡੇ ਸਾਰਿਆਂ ਦੇ ਅੰਦਰ ਹੈ ਤਾਂ ਸਹੀ, ਹੈ ਕਿ ਨਹੀਂ, ਸਾਰਿਆਂ ਦੇ ਅੰਦਰ ਹੈ। ਪਰ ਹੱਥ ਹੈ ਤਾਂ ਦਿਸੇਗਾ ਤਾਂ ਜੇ ਅਸੀਂ ਪ੍ਰੇਮ ਕਰੀਏ ਇੱਕ ਦੂਜੇ ਦੇ ਨਾਲ। ਨਿਮਰਤਾ ਤੇ ਹੈ ਸਾਡੇ ਵਿੱਚ, ਹਰ ਇਨਸਾਨ ਦੇ ਵਿੱਚ ਹੈ। ਹਿੰਦੂ ਵਿੱਚ ਵੀ ਹੈ, ਸਿੱਖ ਵਿੱਚ ਵੀ ਹੈ, ਮੁਸਲਮਾਨ ਚ, ਈਸਾਈ ਵਿੱਚ ਹੈ, ਚੋਰ ਵਿੱਚ ਵੀ ਹੈ, ਸਾਧ ਵਿੱਚ ਵੀ ਹੈ, ਬੱਚੇ ਵਿੱਚ ਵੀ ਹੈ, ਬਜ਼ੁਰਗ। ਪ੍ਰੇਮ ਤੇ ਸਾਰਿਆਂ ਦੇ ਅੰਦਰ ਹੈ, ਨਿਮਰਤਾ ਤੇ ਸਾਰਿਆਂ ਦੇ ਅੰਦਰ ਹੈ। ਪਰ ਪ੍ਰਗਟ ਤਾਂ ਹੋਏਗੀ ਜਿਸ ਨੂੰ ਵਰਤਾਂਗੇ, ਤਾਂ ਹੀ ਦਿਸੇਗੀ ਨਾ। ਜਦੋਂ ਅਸੀਂ ਨਿਮਰਤਾ ਨੂੰ ਵਰਤਾਂਗੇ ਸਾਡੇ ਅੰਦਰੋਂ ਪ੍ਰਗਟ ਹੋ ਜਾਏਗੀ। ਕੋਈ ਵੇਖੇ ਤੇ ਸਹੀ, ਹੈ ਤਾਂ ਸਹੀ ਲਖੈ ਜੋ ਕੋਈ। ਹੈ ਤੇ ਸਹੀ ਰੱਬ, ਪਰ ਜੇ ਉਹਨੂੰ ਕੋਈ ਵੇਖ ਲਵੇ, ਬਸ ਬੰਦਾ ਵੇਖ ਨਹੀਂ ਰਿਹਾ, ਬਸ ਆਪਣੇ ਅੰਦਰ ਹੈ ਸਭ ਦੇ ਅੰਦਰ, ਪਰ ਮਨੁੱਖ ਦੇਖ ਨਹੀਂ ਰਿਹਾ। ਹਰ ਮਨੁੱਖ ਦੇ ਅੰਦਰ ਬੜੀਆਂ ਵੱਡੀਆਂ ਪੋਸਿਬਿਲਿਟੀਜ਼ ਨੇ, ਬੜੀਆਂ ਵੱਡੀਆਂ ਸੰਭਾਵਨਾ ਨੇ। ਉਹ ਜੋ ਬਣਨਾ ਚਾਹੇ ਬਣ ਸਕਦਾ ਹੈ, ਜਿੰਨਾ ਵੀ ਵਿਕਾਸ ਕਰਨਾ ਚਾਹੇ ਕਰ ਸਕਦਾ ਹੈ। ਇਹਦੇ ਅੰਦਰ ਬੜੀਆਂ ਸੰਭਾਵਨਾਵਾਂ ਨੇ, ਉਹਨਾਂ ਨੂੰ ਸੰਭਾਵਨਾ ਨੂੰ ਵੇਖੇ ਤੇ ਸਹੀ। ਮਨੁੱਖ ਅੰਦਰ ਸੰਭਾਵਨਾ ਹੈ, ਉਹ ਸੱਚ ਬੋਲ ਸਕਦਾ ਹੈ, ਉਹਨੂੰ ਪਤਾ ਵੀ ਹੈ, ਪਰ ਬੋਲ ਨਹੀਂ ਰਿਹਾ, ਵੇਖ ਨਹੀਂ ਰਿਹਾ। ਉਹ ਮਨੁੱਖ ਦੇ ਅੰਦਰ ਸੰਭਾਵਨਾ ਹੈ, ਉਹ ਕ੍ਰੋਧ ਨੂੰ, ਨਫ਼ਰਤ ਨੂੰ, ਈਰਖਾ ਨੂੰ, ਲੜਾਈ ਨੂੰ ਛੱਡ ਕੇ ਪ੍ਰੇਮ ਕਰੇ। ਪ੍ਰੇਮ ਅੰਦਰ ਹੈ, ਪਰ ਪ੍ਰੇਮ ਨੂੰ ਵੇਖ ਨਹੀਂ ਰਿਹਾ ਉਹ। ਤੇ ਜੇ ਪ੍ਰੇਮ ਨੂੰ ਪ੍ਰਗਟ ਕਰੇ, ਵੇਖ ਜਾਏ ਨਾ ਵੀ ਹਾਂ ਪ੍ਰੇਮ ਹੈ। ਜੇ ਪ੍ਰੇਮ ਨੂੰ ਵੇਖ ਕੇ ਪ੍ਰਗਟ ਕਰੇ, ਵੇਖ ਨਹੀਂ ਰਿਹਾ, ਜਾਣ ਨਹੀਂ ਰਿਹਾ, ਅਵੇਸਲਾ ਹੋ ਰਿਹਾ ਹੈ। ਪ੍ਰਭੂ ਹੈ, ਜੇ ਕੋਈ ਇਸ ਗੱਲ ਨੂੰ ਸਮਝ ਲਵੇ ਤੇ ਉਹਦੇ ਤੇ ਅਮਲ ਕਰਕੇ ਲੈ ਕੇ ਆਵੇ, ਹੈ ਤਾਂ ਸਹੀ ਲਖੈ ਜੋ ਕੋਈ। ਰੱਬ ਹੈ ਤੇ ਜ਼ਰੂਰ, ਪਰ ਜੇ ਕੋਈ ਇਹਨੂੰ ਵੇਖ ਲਵੇ, ਜੇ ਉਹਨੂੰ ਆਪਣੇ ਜੀਵਨ ਚ ਪ੍ਰਗਟ ਕਰ ਲਵੇ, ਫਿਰ ਕੀ ਹੁੰਦਾ ਹੈ? ਤਬ ਉਹੀ ਉਹ ਇਹ ਨਾ ਹੋਈ। ਤਬ ਮੈਨੇ ਤਦੋਂ ਉਹੀ ਉਹ, ਬਸ ਉਹੀ ਉਹ ਰਹਿ ਜਾਂਦਾ, ਫਿਰ ਰੱਬ ਹੀ ਰੱਬ ਰਹਿ ਜਾਂਦਾ ਬਸ। ਇਹ ਨਾ ਹੋਈ, ਇਹ ਮੈਨੇ ਆ ਜਿਹੜਾ ਜੀਵ ਹੈ ਫਿਰ ਇਹ ਨਹੀਂ ਰਹਿੰਦਾ, ਫਿਰ ਇਹ ਰੱਬ ਦਾ ਰੂਪ ਹੋ ਜਾਂਦਾ, ਮਿਟ ਜਾਂਦਾ ਹੈ, ਪ੍ਰਭੂ ਵਰਗਾ ਹੋ ਜਾਂਦਾ ਹੈ, ਇਹ ਰਹਿੰਦਾ ਨਹੀਂ ਹੈ। ਮੰਨ ਲਓ ਜਿਵੇਂ ਇੱਕ ਪਾਣੀ ਦੀ ਬੂੰਦ ਜੇ ਸਮੁੰਦਰ ਨੂੰ ਜਾਣ ਲਵੇ, ਸਮੁੰਦਰ ਚ ਅਭੇਦ ਹੋ ਜਾਏ, ਫਿਰ ਬੂੰਦ ਨਹੀਂ ਰਹਿੰਦੀ, ਸਮੁੰਦਰ ਹੀ ਰਹਿ ਜਾਂਦਾ ਹੈ, ਫਿਰ ਬੂੰਦ ਥੋੜੀ ਰਹਿੰਦੀ ਹੈ। ਸਤਲੁਜ ਦਰਿਆ ਜੇ ਸਮੁੰਦਰ ਨੂੰ ਜਾਣ ਲਵੇ, ਸਮੁੰਦਰ ਚ ਸਮਾ ਜਾਏ, ਫਿਰ ਸਤਲੁਜ ਦਰਿਆ ਨਹੀਂ ਰਹਿੰਦਾ, ਸਮੁੰਦਰ ਹੀ ਰਹਿ ਜਾਂਦਾ। ਫਿਰ ਕੌਣ ਕਹੇਗਾ ਵੀ ਸਤਲੁਜ ਚ ਸਮੁੰਦਰ ਵਗ ਰਿਹਾ, ਸਮੁੰਦਰ ਦੇ ਵਿੱਚ ਸਤਲੁਜ ਵਗ ਰਿਹਾ? ਕੌਣ ਕਹੇਗਾ? ਫਿਰ ਕੋਈ ਵੀ ਨਹੀਂ ਕਹਿ ਸਕਦਾ, ਫਿਰ ਉਹ ਸਾਗਰ ਹੀ ਰਹਿ ਜਾਏਗਾ ਬਸ। ਇਹ ਸਤਲੁਜ ਦਰਿਆ ਮੁੱਕ ਜਾਏਗਾ। ਤਬ ਉਹੀ ਉਹ ਇਹ ਨਾ ਹੋਈ, ਫਿਰ ਉਹ ਰੱਬ ਹੀ ਰੱਬ ਰਹਿ ਜਾਏਗਾ, ਫਿਰ ਜੀਵ ਨਹੀਂ ਰਹੇਗਾ, ਮਿਟ ਜਾਏਗਾ, ਜੀਵ ਰੱਬ ਹੀ ਹੋ ਜਾਏਗਾ। ਬੂੰਦ ਸਾਗਰ ਚ ਮਿਲ ਕੇ ਬੂੰਦ ਨਹੀਂ ਰਹਿ ਜਾਏਗੀ, ਵੱਖਰੀ ਨਹੀਂ ਰਹਿ ਜਾਏਗੀ, ਬੂੰਦ ਸਾਗਰ ਹੀ ਹੋ ਜਾਏਗੀ। ਜਿਹੜਾ ਬੰਦਾ ਰੱਬ ਨੂੰ ਜਾਣ ਲਵੇ, ਉਹ ਰੱਬ ਦਾ ਰੂਪ ਹੋ ਜਾਂਦਾ ਹੈ। ਕੋਈ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਸੱਚ ਨੂੰ ਅਮਲ ਵਿੱਚ ਲੈ ਆਵੇ, ਉਹ ਸੱਚ ਦਾ ਰੂਪ ਹੋ ਜਾਂਦਾ ਹੈ। ਕੋਈ ਮਨ, ਬਚਨ, ਕਰਮ ਕਰਕੇ ਪ੍ਰੇਮ ਨੂੰ ਆਪਣੀ ਜ਼ਿੰਦਗੀ 'ਚ ਇੰਪਲੀਮੈਂਟ ਕਰ ਲਵੇ, ਉਹ ਪ੍ਰੇਮ ਦਾ ਰੂਪ ਹੋ ਜਾਂਦਾ ਹੈ। ਕੋਈ ਮਨ, ਬਚਨ, ਕਰਮ ਕਰਕੇ ਦਇਆ ਨੂੰ ਜ਼ਿੰਦਗੀ 'ਚ ਅਮਲ ਵਿੱਚ ਲੈ ਆਵੇ, ਉਹ ਦਇਆ ਦਾ ਘਰ ਹੋ ਜਾਂਦਾ ਹੈ, ਦਇਆ ਦਾ ਰੂਪ ਹੋ ਜਾਂਦਾ ਹੈ। ਉਹਨੂੰ ਲੋਕ ਦਿਆਲੂ ਆਖਦੇ ਨੇ, ਦਇਆ ਦਾ ਘਰ। ਉਹਨੇ ਮਨ, ਬਚਨ, ਕਰਮ ਕਰਕੇ ਦਇਆ ਨੂੰ ਵਰਤਿਆ, ਦਿਆਲੂ ਹੋ ਜਾਂਦਾ ਹੈ, ਦਿਆਲੂ ਹੈ ਰੱਬ। ਦੇਖੋ ਕਿੰਨੀ ਸੌਖੀ ਗੱਲ ਹੈ, ਔਰ ਕਿੰਨੇ ਸੌਖੇ ਤਰੀਕੇ ਨਾਲ ਭਗਤ ਕਬੀਰ ਜੀ ਸਮਝਾ ਰਹੇ ਨੇ। ਅਸੀਂ ਲੱਭਦੇ ਹਾਂ ਔਖਾ ਤਰੀਕਾ ਕੋਈ ਮਿਲੇ, ਸਾਹ ਤਾਂ ਠਾਂ ਕਰੀਏ ਤਾਂ ਜਾ ਕੇ ਗੱਲ ਬਣੇ। ਕਿੰਨਾ ਸੌਖਾ ਤਰੀਕਾ ਹੈ ਕਿ ਹਰ ਇਨਸਾਨ ਰੱਬ ਵਰਗਾ ਹੋ ਕੇ ਜੀ ਸਕਦਾ ਹੈ। ਜ਼ਰੂਰਤ ਹੈ ਰੱਬ ਦੇ ਗੁਣਾਂ ਨੂੰ ਜ਼ਿੰਦਗੀ 'ਚ ਅਮਲ ਕਰਨ ਦੀ, ਇੰਪਲੀਮੈਂਟ ਕਰਨ ਦੀ,
ਕੋਸ਼ਿਸ਼ ਕਰਨ ਦੀ ਲੋੜ ਹੈ ਬਸ। ਤੇ ਜੇ ਕੋਈ ਚਾਹੇ ਤੇ ਕੀ ਨਹੀਂ ਹੋ ਸਕਦਾ, ਜੇ ਕੋਈ ਚਾਹੇ ਤੇ ਉਹ ਰੱਬ ਵਰਗਾ ਹੋ ਸਕਦਾ ਹੈ ਤੋ ਸਹੀ ਲਖੈ ਜੋ ਕੋਈ ਤਬ ਉਹੀ ਉਹ ਇਹ ਨਾ ਹੋਈ। ਫਿਰ ਉਹ ਰੱਬ ਹੀ ਰੱਬ ਰਹੇਗਾ, ਇਹ ਜੀਵ ਰਹੇਗਾ ਹੀ ਨਹੀਂ। ਮਨੁੱਖ ਦੇ ਅੰਦਰ ਸੰਭਾਵਨਾ ਹੈ, ਉਹ ਰੱਬ ਰੂਪ ਹੋ ਸਕਦਾ ਹੈ। ਜਦੋਂ ਬੂੰਦ ਸਾਗਰ ਚ ਮਿਲ ਜਾਂਦੀ, ਸਾਗਰ ਹੋ ਜਾਂਦੀ ਹੈ। ਇਸੇ ਤਰ੍ਹਾਂ ਗੁਰ ਕਿਰਪਾ ਜਿਹੇ ਨਰ ਕੋ ਕੀਨੀ, ਤੈ ਇਹ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਫਿਰ ਉਹ ਰੱਬ ਵਰਗਾ ਹੋ ਜਾਂਦਾ ਹੈ। ਫਿਰ ਇਹੋ ਜਿਹੀ ਅਵਸਥਾ ਆ ਜਾਂਦੀ ਹੈ ਕਿ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜੋ ਜਲ ਤਰੰਗ ਉੱਠੈ ਬੋ ਪੰਤੀ, ਫਿਰ ਸਰਲੈ ਸਰਲ ਸਮਾਇਂਦਾ। ਫਿਰ ਉਹ ਰੱਬ ਦਾ ਰੂਪ ਹੋ ਜਾਂਦਾ ਹੈ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਉਹ ਰੱਬ ਵਰਗੇ ਹੋ ਜਾਂਦੇ ਨੇ। ਸਾਨੂੰ ਆਪਣੇ ਜੀਵਨ ਦੇ ਵਿੱਚੋਂ ਉਹਨਾਂ ਰੱਬ ਦੇ ਗੁਣਾਂ ਨੂੰ ਪ੍ਰਗਟ ਕਰਨ ਦੀ ਜ਼ਰੂਰਤ ਹੈ। ਜਦੋਂ ਇੰਪਲੀਮੈਂਟ ਕਰ ਲਵਾਂਗੇ, ਰੱਬੀ ਗੁਣ ਸਾਡੇ ਅੰਦਰ ਆ ਜਾਣਗੇ, ਅਸੀਂ ਰੱਬ ਦਾ ਰੂਪ ਹੋ ਜਾਵਾਂਗੇ। ਇਹ ਨਹੀਂ ਹੈ ਬੇਨਤੀਆਂ ਪ੍ਰਵਾਨ, ਭੁੱਲਾਂ ਖਿਮਾ ਕਰਨੀਆਂ ਜੀ। ਮਿਲ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।